ਵਾਹਿਗੁਰੂ 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 ਸਾਹਿਬ ਜੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨ ਭਰਿਆ ਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਬੜੇ ਹੀ ਅਦਬ ਅਤੇ ਸਤਿਕਾਰ ਸਹਿਤ ਜਗਤ ਗੁਰੂ ਬਾਬਾ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤਿੰਨਾਂ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਪਾਂ ਸਾਰੀ ਸੰਗਤ ਬੜੇ ਸਤਿਕਾਰ ਸਹਿਤ ਹਾਜ਼ਰੀ ਭਰ ਰਹੇ ਹਾਂ। ਮੇਰੇ ਤੋਂ ਪਹਿਲਾਂ ਆਪ ਜੀ ਨੇ ਭਾਈ ਸਾਹਿਬ ਭਾਈ ਸ਼ੌਕੀਨ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦੇ ਜਥੇ ਪਾਸੋਂ ਗੁਰੂ ਕੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਕੁਝ ਸਮਾਂ ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਨ ਦਾ ਹੁਕਮ ਹੋਇਆ ਹੈ। ਮੈਂ ਸ਼ੁਰੂ 'ਚ ਹੀ ਇੱਕ ਬੇਨਤੀ ਕਰਦਿਆਂ, ਜਿੰਨਾ ਸਮਾਂ ਬੈਠਾਂਗੇ ਮੈਂ ਯਤਨ ਕਰਾਂਗਾ ਕਿ ਗੁਰਬਾਣੀ ਤੇ ਇਤਿਹਾਸ ਤੋਂ ਲਾਂਭੇ ਨਾ ਜਾਵਾਂ, ਤੇ ਤੁਸੀਂ ਵੀ तमाम ਦੁਨਿਆਵੀ ਫੁਰਨਿਆਂ ਨੂੰ ਪਾਸੇ ਰੱਖ ਕੇ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨ ਦਾ ਯਤਨ ਕਰਿਆ ਜੇ। ਇੱਕ ਵਾਰ ਸਾਰੀ ਸੰਗਤ ਰਸਨਾ ਨੂੰ ਕਰੋ ਪਵਿੱਤਰ, ਅਸੀਸ ਰੂਪ ਵਿੱਚ ਗੁਰੂ ਫਤਿਹ ਨਾਲ ਸਾਂਝ ਪਾਓ। ਸਤਿਕਾਰ ਸਹਿਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੇ ਉੱਤੇ ਜਦੋਂ ਕਿਸੇ ਦੇ ਬੱਚੇ ਨੇ ਕੋਈ ਡਿਗਰੀ ਪ੍ਰਾਪਤ ਕਰਨੀ ਹੋਵੇ, ਦੁਨਿਆਵੀ ਡਿਗਰੀ ਪ੍ਰਾਪਤ ਕਰਨ ਤੋਂ ਪਹਿਲਾਂ ਦੁਨਿਆਵੀ ਪੜ੍ਹਾਈ ਕਰਨੀ ਹੀ ਪੈਂਦੀ ਹੈ। ਕਿਸੇ ਨੇ ਡਾਕਟਰ ਬਣਨਾ ਹੈ, ਉਹਨੂੰ MBBS ਕਰਨੀ ਪਵੇਗੀ ਤੇ ਡਿਗਰੀ ਫੇਰ ਮਿਲੇਗੀ। ਇਸੇ ਤਰ੍ਹਾਂ ਟੀਚਰ ਬਣਨਾ ਹੈ, ਉਹਨੂੰ ਪੜ੍ਹਾਈ ਕਰਨੀ ਹੀ ਪੈਣੀ ਹੈ। ਵਿਗਿਆਨੀ ਬਣਨਾ ਹੈ, ਸਾਇੰਸ ਪੜ੍ਹਨੀ ਪੈਣੀ ਹੈ, ਡਿਗਰੀ ਬਾਅਦ ਵਿੱਚ ਪੜ੍ਹਾਈ ਪਹਿਲਾਂ। ਇੱਦਾਂ ਹੀ ਧਰਮ ਦੀ ਦੁਨੀਆ ਵਿੱਚ ਜਿੰਨੇ ਵੀ ਪੀਰ ਪੈਗੰਬਰ ਸੇਖ ਮਸ਼ਾਇਕ ਔਲੀਏ ਅਵਤਾਰ ਹੋਏ ਨੇ, ਹਰ ਇੱਕ ਨੇ ਪਹਿਲਾਂ ਬੰਦਗੀ ਕੀਤੀ, ਕਮਾਈ ਕੀਤੀ, ਤੇ ਉਹਦੇ ਤੋਂ ਬਾਅਦ ਉਹਨਾਂ ਨੂੰ ਉਪਾਧੀ ਦੇ ਕੇ ਨਵਾਜਿਆ ਗਿਆ। ਕਿਸੇ ਨੂੰ ਦੁਨੀਆ ਨੇ ਪੀਰ ਕਿਹਾ, ਕਿਸੇ ਨੂੰ ਸੰਤ ਕਿਹਾ, ਕਿਸੇ ਨੂੰ ਬ੍ਰਹਮ ਗਿਆਨੀ ਕਿਹਾ, ਪਰ ਇਹ ਡਿਗਰੀ ਮਿਲੀ ਤਾਂ ਵੀ ਪਹਿਲਾਂ ਬੰਦਗੀ ਜਾਂ ਕਮਾਈ ਕਰਨੀ ਪਈ। ਦੁਨੀਆ ਦਾ ਇੱਕੋ ਹੀ ਇੱਕ ਬਾਬਾ ਹੈ ਜਿਹਦੇ ਬਾਰੇ ਸ਼੍ਰੀਮਾਨ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇਹ ਉਹ ਬਾਬਾ ਹੈ ਜਿਹਨੇ ਰੱਬ ਦੇ ਘਰ ਚੋਂ ਪਹਿਲਾਂ ਉਪਾਧੀ ਪ੍ਰਾਪਤ ਕੀਤੀ, ਗੁਰੂ ਦੀ, ਗੁਰ ਪਰਮੇਸ਼ਰ ਦੀ, ਤੇ ਇਸ ਬਾਬੇ ਨੇ ਫਿਰ ਆਪਣੀ ਕਮਾਈ ਗੁਰੂ ਦੀ ਉਪਾਧੀ ਮਿਲਣ ਤੋਂ ਬਾਅਦ ਸ਼ੁਰੂ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਬੜੇ ਪਿਆਰੇ ਉਹਨਾਂ ਦੇ ਅਲਫਾਜ਼ ਨੇ, ਉਹਨਾਂ ਦੇ ਬਚਨ ਨੇ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਕਿ ਬਖਸ਼ਿਸ਼ ਪਹਿਲਾਂ ਕਮਾਈ ਬਾਅਦ ਵਿੱਚ। ਤੇ ਬਾਬੇ ਨਾਨਕ ਦੀ ਕਮਾਈ ਕੀ ਸੀ? ਰੋੜਾਂ ਤੇ ਤੁਰ ਕੇ, ਸੂਲਾਂ ਦੀਆਂ ਸੇਜਾਂ ਤੇ ਰਹਿ ਕੇ, ਸਾਧ ਸੰਗਤ ਵੱਡੇ ਤੋਂ ਵੱਡੇ ਪਾਪੀ ਲੋਕ ਜਿਹੜੇ, ਉਹਨਾਂ ਨੂੰ ਵੀ ਸ਼ਬਦ ਦੇ ਨਾਲ ਜੋੜ ਕੇ ਮਹਾਨ ਬਣਾ ਦਿੱਤਾ। ਤਾਂ ਹੀ ਭਾਈ ਸਾਹਿਬ ਜੀ ਨੇ ਇਹ ਬਚਨ ਕੀਤਾ ਹੈ
ਉਹਨਾਂ ਦੇ ਬੋਲ ਨੇ, ਰੇਤ ਅਕ ਆਹਾਰ ਕਰ, ਰੋੜਾਂ ਕੀ ਗੁਰ ਕੀ ਵਿਛਾਈ। ਸਾਧ ਸੰਗਤ ਮੈਂ ਬੇਨਤੀ ਕਰਾਂ, ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਚੱਲਦਾ ਹੈ ਤੇ ਉਹਨਾਂ ਦੀ ਬੰਸਾਵਲੀ ਬਾਰੇ ਜਾਣਕਾਰੀ ਹੋਣੀ ਸਿੱਖ ਨੂੰ ਬੜੀ ਜ਼ਰੂਰੀ ਹੈ। ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ ਔਰ ਉਸ ਪਿੰਡ ਦਾ ਪੁਰਾਣਾ ਨਾਂ ਹੈ ਪੱਠੇਵਿੰਡਪੁਰ। ਅੱਜ ਕੱਲ੍ਹ ਉਸ ਪਿੰਡ ਨੂੰ ਡੇਰਾ ਸਾਹਿਬ ਕਿਹਾ ਜਾਂਦਾ ਹੈ। ਜਦੋਂ ਤੁਸੀਂ ਪੁਰਾਣੇ ਗ੍ਰੰਥਾਂ ਨੂੰ ਪੜ੍ਹੋਗੇ ਤੇ ਉਹਦੇ 'ਚ ਹਵਾਲਾ ਮਿਲਦਾ ਹੈ ਕਿ ਬੇਦੀਆਂ ਕੀ ਕੁੱਲ ਮੈਂ ਭਇਆ ਅਮਰਾ ਮਨ। ਇੱਕ ਅਮਰਾ ਮਨ ਨਾਂ ਦਾ ਬਾਬਾ ਬੇਦੀਆਂ ਦੀ ਕੁੱਲ ਵਿੱਚ ਪੱਠੇਵਿੰਡਪੁਰ ਦੀ ਧਰਤੀ ਤੇ ਪੈਦਾ ਹੋਇਆ। ਸੋ ਭਇਆ ਪੁੰਨਵਾਨ ਦਾਨ ਅਧਿਕ ਧਨ। ਬਾਬੇ ਅਮਰਾ ਮਨ ਨੇ ਦੁਨੀਆ ਤੇ ਬਹੁਤ ਪੁੰਨ ਦਾਨ ਕੀਤਾ ਤੇ ਬਹੁਤੀ ਧਨ ਦੌਲਤ ਦਾ ਮਾਲਕ ਸੀ। ਬੜਾ ਅਮੀਰ, ਬੜਾ ਰਈਸ ਖਾਨਦਾਨ ਦਾ ਮਾਲਕ ਸੀ। ਤੇ ਅੱਗੇ ਫਿਰ ਉਹ ਬੋਲ ਨੇ, ਤਾਂ ਕਿ ਬੰਸ ਚੱਲੀ ਹੀ ਆਈ। ਬਾਬੇ ਅਮਰਾ ਮਨ ਦੀ ਬੰਸ ਚੱਲਦੀ ਗਈ, ਗਿਣਤੋਂ ਨਾਮ ਨਾ ਸੰਖਿਆ ਪਾਈ। ਪੁਰਾਣੇ ਗ੍ਰੰਥਾਂ ਦੇ ਬੋਲ ਨੇ ਵੀ ਕਿੰਨੀ ਕੁ ਵਿਚਾਰ ਕਰੀਏ, ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਜਿਹੜੀ ਬੰਸ ਸੀ ਇਹ ਚੱਲਦੀ ਗਈ। ਫਿਰ ਅੱਗੇ ਉਹਨਾਂ ਲਿਖਿਆ ਹੈ, ਕਹਿੰਦੇ ਤਿੰਨ ਕੀ ਬੰਸ ਮੈਂ ਇੱਕ ਨਾਥ ਜੀ ਬੇਦੀ ਕਹਾਏ। ਇੱਕ ਨਾਥ ਭਾਵ ਬੇਦੀ ਕਹਾਇਆ ਜਿਹੜਾ, ਤਾਂ ਤੇ ਪੰਚ ਪੂਤ ਜਣੇ ਇੱਕ ਮਾਏ। ਉਸ ਨਾਥ ਬੇਦੀ ਦੇ ਘਰ ਇੱਕ ਮਾਈ ਨੇ 5 ਪੁੱਤਰਾਂ ਨੂੰ ਜਨਮ ਦਿੱਤਾ। ਆਪਣੀ ਬਿਰਤੀ ਨੂੰ ਬਾਬੇ ਨਾਨਕ ਦੀ ਬੰਸਾਵਲੀ ਤੇ ਰੱਖਿਓ। ਬੇਦੀਆਂ ਕੀ ਕੁੱਲ ਮੈਂ ਇੱਕ ਨਾਥ ਜੀ ਬੇਦੀ ਕਹਾਏ, ਜਾਂ ਤੇ ਪੰਚ ਪੂਤ ਜਣੇ ਇੱਕ ਮਾਏ। ਫਿਰ ਅੱਗੇ ਕਹਿੰਦੇ ਦੋਏ ਦੀਰਘ ਦੋਏ ਲਘੂ, 2 ਵੱਡੇ ਤੇ 2 ਛੋਟੇ। ਮੱਧ ਕਾ ਨਾਮ ਸਪੁੰਜੀ ਭਇਆ। ਇਹ ਭਾਈ ਸਪੁੰਜੀ ਵਿਚਕਾਰਲੇ ਦਾ ਨਾਂ ਸੀ 5 ਪੁੱਤਰਾਂ ਚੋਂ। ਜਿਸਕੇ ਗ੍ਰਹਿ ਭਾਈ ਪ੍ਰਜਾਪਤ ਉਪਜਿਆ। ਇਹ ਪ੍ਰਜਾਪਤ ਬਰਾਦਰੀ ਨਹੀਂ, ਪ੍ਰਜਾਪਤ ਵੀ ਬਾਬੇ ਦਾ ਕੋਈ ਵੱਡਾ ਵਡੇਰਾ ਹੋਇਆ ਗੁਰੂ ਨਾਨਕ ਸਾਹਿਬ ਜੀ ਦੀ। ਫਿਰ ਅੱਗੇ ਜ਼ਿਕਰ ਕੀਤਾ, ਕਹਿਣ ਲੱਗੇ ਦੋਏ ਦੀਰਘ ਦੋਏ ਲਘੂ, ਮੱਧ ਕਾ ਨਾਮ ਸਪੁੰਜੀ ਭਇਆ। ਜਿਸਕੇ ਗ੍ਰਹਿ ਪ੍ਰਜਾਪਤ ਉਪਜਿਆ। ਤੇ ਕਹਿੰਦੇ ਪ੍ਰਜਾਪਤ ਕੇ ਨਾਤੀ ਰਾਮ ਨਰੈਣ ਭਏ। ਆਵਾਂਗੇ ਗੁਰੂ ਨਾਨਕ ਸਾਹਿਬ ਤੇ। ਜਿਹੜਾ ਬਾਬਾ ਪ੍ਰਜਾਪਤ ਸੀ, ਇਹਦਾ ਇੱਕ ਪੋਤਰਾ ਸੀ ਜਿਹਦਾ ਨਾਂ ਸੀ ਬਾਬਾ ਰਾਮ ਨਰੈਣ, ਤੇ ਇਹ ਬਾਬੇ ਨਾਨਕ ਦਾ ਪੜਦਾਦਾ ਸੀ। ਪ੍ਰਜਾਪਤ ਕੇ ਨਾਤੀ ਰਾਮ ਨਰੈਣ ਭਏ। ਜਿਸਕੇ ਗ੍ਰਹਿ ਦੋਏ ਪੁੱਤ ਸ਼ਿਵਰਾਮ ਔਰ ਸਾਨਪਤ ਭਏ। ਬਾਬਾ ਸ਼ਿਵਰਾਮ ਗੁਰੂ ਸਾਹਿਬ ਜੀ ਦਾ ਦਾਦਾ ਤੇ ਭਾਈ ਸਨਪਤ ਗੁਰੂ ਨਾਨਕ ਸਾਹਿਬ ਦੇ ਦਾਦੇ ਦਾ ਭਰਾ। ਇਹਦੇ ਤੋਂ ਅੱਗੇ ਆਪਣੀ ਬਿਰਤੀ ਨੂੰ ਇਕਾਗਰ ਰੱਖਿਓ। ਕਹਿੰਦੇ ਸ਼ਿਵ ਰਾਮ ਕੇ ਗ੍ਰਹਿ ਮਾਤਾ ਬਨਾਰਸੀ ਪਰਨੀ ਆਈ। ਮਾਤਾ ਬਨਾਰਸੀ ਗੁਰੂ ਨਾਨਕ ਸਾਹਿਬ ਦੀ ਦਾਦੀ ਦਾ ਨਾਂ ਹੈ। ਸ਼ਿਵ ਰਾਮ ਕੇ ਗ੍ਰਹਿ ਮਾਤਾ ਬਨਾਰਸੀ ਪਰਨੀ ਆਈ। ਜਾਂ ਤੇ ਦੋਏ ਸੁੱਤ ਉਪਜੇ ਦੋਏ ਭਾਈ। ਉਹਦੇ ਘਰ ਵਿੱਚ ਫਿਰ 2 ਭਰਾ 2 ਪੁੱਤਰ ਪੈਦਾ ਹੋਏ। ਕਿਹੜੇ ਕਿਹੜੇ? ਕਲਿਆਣ ਚੰਦ ਔਰ ਲਾਲ ਚੰਦ। ਕਲਿਆਣ ਚੰਦ ਔਰ ਲਾਲ ਚੰਦ ਉਪਜੇ ਦੋਏ ਸੁੱਤ ਭਇਆ ਆਨੰਦ। ਪੱਠੇਵਿੰਡਪੁਰ ਦੀ ਧਰਤੀ ਤੇ ਬਾਬਾ ਕਾਲੂ ਜੀ ਤੇ ਬਾਬਾ ਲਾਲੂ ਜੀ 2 ਪੁੱਤਰ ਜਨਮ ਹੋਏ। ਫਿਰ ਅੱਗੇ ਕਹਿੰਦੇ ਉੱਤਮ ਜਨਮ ਸੋ ਬੇਦੀ ਭਏ। ਜਿਨਕੇ ਗ੍ਰਹਿ ਗੁਰੂ ਨਾਨਕ ਜੀ ਅਵਤਾਰ ਲਏ। ਕਿਆ ਕਮਾਲ ਦੀ ਬੰਸਾਵਲੀ ਪੁਰਾਣੇ ਗ੍ਰੰਥਾਂ 'ਚ ਲਿਖੀ। ਇਹ ਬੰਸਾਵਲੀ ਨਾਮਾ ਹੈ ਸਰਦਾਰ ਕੇਸਰ ਸਿੰਘ ਛਿੱਬਰ ਦਾ ਲਿਖਿਆ। ਮੈਂ ਅਦਬ ਸਹਿਤ ਬੇਨਤੀ ਕਰਾਂਗਾ। ਠੀਕ ਹੈ, ਵਿਦਵਾਨ ਦੁਨੀਆ ਤੇ ਬਹੁਤ ਹੋਏ ਤੇ ਬੜੇ ਹੋਣਗੇ, ਪਰ ਗੁਰੂ ਕਾਲ ਵੇਲੇ ਜਿਹੜੇ ਗ੍ਰੰਥ ਲਿਖੇ ਗਏ ਜਾਂ ਗੁਰੂ ਕਾਲ ਤੋਂ ਬਾਅਦ ਜਿਨ੍ਹਾਂ ਗੁਰੂਆਂ ਦੇ ਦਰਸ਼ਨ ਕੀਤੇ ਪੀੜ੍ਹੀ ਦਰ ਪੀੜ੍ਹੀ, ਉਹਨਾਂ ਵਿਦਵਾਨਾਂ ਨੇ, ਜਿਨ੍ਹਾਂ ਦੇ ਬਜ਼ੁਰਗਾਂ ਨੇ ਗੁਰੂਆਂ ਦੇ ਚਰਨਾਂ 'ਚ ਬਹਿ ਕੇ ਸਿੱਖੀ ਦੀ ਦਾਤ ਪ੍ਰਾਪਤ ਕੀਤੀ, ਉਹ ਪੁਰਾਣੇ ਗ੍ਰੰਥ ਕਿਤੇ ਨਾ ਕਿਤੇ ਸਾਨੂੰ ਜ਼ਰੂਰ ਵਾਚਣੇ ਚਾਹੀਦੇ ਨੇ। ਉਹਦੇ 'ਚ ਬਾਵੇ ਸਰੂਪ ਦਾਸ ਭੱਲੇ ਦਾ ਗ੍ਰੰਥ ਹੈ, ਉਹਦੇ ਵਿੱਚ ਇੱਕ ਬੰਸਾਵਲੀ ਨਾਮਾ ਹੈ,
ਉਹਦੇ ਵਿੱਚ ਮਹਿਮਾ ਪ੍ਰਕਾਸ਼ ਹੈ, ਉਹਦੇ 'ਚ ਗੁਰੂ ਕੀਆਂ ਸਾਖੀਆਂ ਨੇ, ਉਹਦੇ 'ਚ ਗੁਰੂ ਬੰਸ ਦੀਆਂ ਪ੍ਰਣਾਲੀਆਂ ਨੇ। ਸੋ ਇਤ ਆਦਿਕ ਜਦੋਂ ਪੁਰਾਤਨ ਗ੍ਰੰਥਾਂ ਨੂੰ ਪੜ੍ਹਾਂਗੇ ਤੇ ਹਜੂਰ ਗੁਰੂ ਨਾਨਕ ਸਾਹਿਬ ਦੇ ਵਡੇਰਿਆਂ ਦਾ ਜ਼ਿਕਰ ਮਿਲੇਗਾ ਕਿ ਇਹਨਾਂ ਪੀੜ੍ਹੀ ਦਰ ਪੀੜ੍ਹੀ ਇੰਨੀ ਕਮਾਈ ਕੀਤੀ ਕਿ ਦੁਨਿਆਵੀ ਤੌਰ ਤੇ ਵੀ ਬਹੁਤ ਰਈਸ ਖਾਨਦਾਨ ਸੀ ਤੇ ਅਧਿਆਤਮਿਕ ਪੱਖ ਤੋਂ ਇਹ ਸਾਰੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਵਿੱਚ ਲੀਨ ਰਿਹਾ ਕਰਦੇ ਸਨ। ਤੋ ਉਹਨਾਂ ਪੁਰਾਣੇ ਗ੍ਰੰਥਾਂ 'ਚ ਲਿਖਿਆ ਸੰਮਤ 1500 ਪੂਰੇ ਲਾਲ ਚੰਦ ਜਨਮ ਪਾਇਆ। ਜਦੋਂ ਸੰਮਤ ਸੰਨ ਆ ਜਾਵੇ ਤੇ ਫਿਰ ਸਾਧ ਸੰਗਤ ਜੀ ਈਸਵੀ ਤੇ ਸੰਮਤ ਦਾ 57 ਸਾਲ ਦਾ ਫਰਕ ਹੁੰਦਾ ਹੈ। ਇਹਦਾ ਮਤਲਬ ਵੀ 1443 ਦਾ ਭਾਈ ਲਾਲ ਚੰਦ ਗੁਰੂ ਨਾਨਕ ਦੇ ਚਾਚਾ ਜੀ ਦਾ ਜਨਮ ਹੈ ਤੇ ਪੂਰੀ 1440 ਈਸਵੀ ਦਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਬਾਬਾ ਕਾਲੂ ਜੀ ਦਾ ਜਨਮ ਹੈ। ਹੁਣ ਪੱਠੇ ਵਿੰਡਪੁਰ ਦੇ ਜਿਨ੍ਹਾਂ ਦਰਸ਼ਨ ਕੀਤੇ ਨੇ, ਇਹ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਤੋਂ ਤਕਰੀਬਨ 8 ਕਿਲੋਮੀਟਰ ਦੀ ਦੂਰੀ ਤੇ ਬਾਬੇ ਨਾਨਕ ਦੇ ਪੁਰਖਿਆਂ ਦਾ ਪਿੰਡ ਹੈ, ਜਿੱਥੇ ਅੱਜ ਕੱਲ ਗੁਰਦੁਆਰਾ ਸੁਸ਼ੋਭਿਤ ਹੈ। ਸ਼੍ਰੀਮਾਨ ਸੰਤ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਉੱਥੇ ਸੇਵਾ ਕਰਾਉਂਦੇ ਨੇ। ਇਸ ਪੱਠੇ ਵਿੰਡਪੁਰ ਦੇ 1.5 ਕਿਲੋਮੀਟਰ ਦੂਰੀ ਤੇ ਇੱਕ ਪਿੰਡ ਹੈ, ਜਿਸ ਪਿੰਡ ਦਾ ਨਾਮ ਹੈ ਜਾਮਾ ਰਾਏ। ਜਾਮਾ ਦਾ ਅਰਥ ਹੈ ਇਕੱਠ ਤੇ ਰਾਏ ਦਾ ਅਰਥ ਹੈ ਵੀ ਜਿੱਥੇ ਰਾਏ ਬਰਾਦਰੀ ਦੇ ਲੋਕਾਂ ਦਾ ਇਕੱਠ ਹੋਇਆ ਕਰਦਾ ਸੀ। ਜਦੋਂ ਭਾਈ ਰਾਏ ਬਲਾਰ ਦੇ ਬਜ਼ੁਰਗ ਰਾਏ ਭੋਏ ਜੀ ਇਹ ਰਾਜਸਥਾਨ ਜੈਸਲਮੇਰ ਦੀ ਧਰਤੀ ਤੋਂ ਹਿਜਰਤ ਕਰਕੇ ਆਏ ਤੇ ਸਭ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਕੈਂਪ ਸੀ ਉਹ ਜਾਮਾ ਰਾਏ ਪਿੰਡ ਵਿੱਚ ਲੱਗਾ। ਔਰ ਇਸੇ ਕਰਕੇ ਅੱਜ ਜਾਮਾ ਰਾਏ ਜਾਓ, ਉਹ ਸਾਰੇ ਜਿੰਨੇ ਵੀ ਪਰਿਵਾਰ ਨੇ ਉਹ ਭੱਟੀ ਹਨ। ਤੇ ਜਦੋਂ ਤੁਸੀਂ ਨਨਕਾਣਾ ਸਾਹਿਬ ਜਾਓਗੇ ਤੇ ਰਾਏ ਬਲਾਰ ਜੀ ਦੀ ਜਿੰਨੀ ਵੰਸ਼ ਹੈ ਤੁਹਾਨੂੰ ਭੱਟੀ ਮੁਸਲਮਾਨ ਪਾਕਿਸਤਾਨ ਦੀ ਧਰਤੀ ਤੇ ਵੀ ਨਜ਼ਰ ਆਉਣਗੇ। ਹੁਣ ਇਹਦਾ ਮਤਲਬ ਵੀ ਰਾਏ ਬਲਾਰ ਤੇ ਬਾਬੇ ਕਾਲੂ ਦਾ ਪਿੰਡ 1.5 ਕਿਲੋਮੀਟਰ ਦੀ ਦੂਰੀ ਤੇ, ਪਿਆਰ ਦੋਵਾਂ ਦਾ ਹੀ ਬੜਾ ਹੈ। ਜਦੋਂ ਰਾਏ ਭੋਏ ਜੀ ਨੂੰ ਜ਼ਮੀਨ ਤਲਵੰਡੀ ਅਲਾਟ ਹੋਈ, ਤਲ ਦਾ ਅਰਥ ਹੈ ਜ਼ਮੀਨ ਤੇ ਵੰਡੀ ਦਾ ਵੰਡ ਦਾ ਅਰਥ ਹੈ ਜਿਹੜੀ ਜ਼ਮੀਨ ਕਿਸੇ ਦੇ ਵੰਡ ਵਿੱਚ ਆ ਜਾਵੇ। ਤੇ ਪੰਜਾਬ ਵਿੱਚ ਬਹੁਤ ਸਾਰੀਆਂ ਤਲਵੰਡੀਆਂ ਨੇ, ਜਿਵੇਂ ਤਲਵੰਡੀ ਸੋਭਾ ਸਿੰਘ ਹੈ, ਤਲਵੰਡੀ ਸਾਬੋ ਹੈ, ਤਲਵੰਡੀ ਰਾਏ ਭੋਏ ਦੀ ਹੈ। ਕਹਿਣ ਤੋਂ ਭਾਵ ਕਿ ਹਰ ਤਲਵੰਡੀ ਦੇ ਨਾਂ ਦੇ ਨਾਲ ਕਿਸੇ ਦਾ ਨਾਂ ਜ਼ਰੂਰ ਜੁੜਿਆ ਹੋਵੇਗਾ। ਉਸ ਨਾਂ ਤੋਂ ਵੀ ਜਿੱਥੋਂ ਕਿਸੇ ਨੂੰ ਜ਼ਮੀਨ ਅਲਾਟ ਹੋਈ ਉਹਦੇ ਤੋਂ ਫਿਰ ਉਹਦੇ ਨਾਂ ਤੇ ਤਲਵੰਡੀ ਵਸ ਗਈ। ਜਦੋਂ ਰਾਏ ਭੋਏ ਜੀ ਤਲਵੰਡੀ ਗਏ, ਉਹਨਾਂ ਨੇ ਯਤਨ ਕੀਤਾ ਕਿ ਮੈਂ ਆਪਣੇ ਪੁੱਤਰ ਰਾਏ ਬਲਾਰ ਨੂੰ ਵਿਦਿਆ ਦੇਵਾਂ, ਉੱਚ ਵਿਦਿਆ ਦਿਵਾਵਾਂ। ਹਰੇਕ ਮਾਂ-ਬਾਪ ਦਾ ਫਰਜ਼ ਹੁੰਦਾ ਹੈ ਉਹ ਆਪਣੇ ਬੱਚੇ ਨੂੰ ਉੱਚ ਵਿਦਿਆ ਦੇਵੇ। ਇਹ ਵਿਦਿਆ ਦਿਵਾਉਣ ਲਈ ਉਹਨਾਂ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਚੁਣਿਆ। ਹੁਣ ਸੁਲਤਾਨਪੁਰ ਲੋਧੀ ਤੇ ਬਾਬੇ ਕਾਲੂ ਦੇ ਪਿੰਡ ਦਾ ਫਰਕ ਬਿਲਕੁਲ ਥੋੜਾ ਹੈ, ਕਿਉਂਕਿ ਵਿੱਚ ਬਿਆਸ ਦਰਿਆ ਲੰਘਦਾ ਹੈ। ਦਰਿਆ ਦੇ ਇੱਕ ਬੰਨੇ ਸੁਲਤਾਨਪੁਰ ਲੋਧੀ ਹੈ ਤੇ ਦਰਿਆ ਦੇ ਇੱਕ ਬੰਨੇ ਬਾਬੇ ਨਾਨਕ ਦਾ ਪਿਤਾ ਪੁਰਖੀ ਪਿੰਡ ਹੈ। ਜਦੋਂ ਸਾਧ ਸੰਗਤ ਰਾਏ ਬੁਲਾਰ ਜੀ ਸੁਲਤਾਨਪੁਰ ਦੀ ਧਰਤੀ ਤੇ ਪੜਨ ਆਏ, ਬਾਬਾ ਕਾਲੂ ਜੀ ਨੇ ਵੀ ਸਾਰੀ ਮੁੱਢਲੀ ਵਿਦਿਆ ਸੁਲਤਾਨਪੁਰ ਤੋਂ ਪ੍ਰਾਪਤ ਕੀਤੀ ਸੀ। ਸੁਲਤਾਨਪੁਰ ਲੋਧੀ ਦੀ ਧਰਤੀ ਦੁਨੀਆ ਦੀ ਉਹ ਧਰਤੀ ਸੀ ਜਿਸ ਧਰਤੀ ਨੇ ਬਹੁਤ ਵੱਡੇ ਵੱਡੇ ਮਦਰਸੇ ਉਸ ਧਰਤੀ ਤੇ ਸਥਾਪਿਤ ਸਨ, ਤੇ ਸਭ ਤੋਂ ਵੱਧ ਜੇ ਕੋਈ ਵਿਦਿਆ ਦਾ ਪ੍ਰਬੰਧ ਸੀ ਉਹ ਪੂਰੇ ਭਾਰਤ ਦੇ ਅੰਦਰ, ਹਿੰਦੁਸਤਾਨ ਦੇ ਅੰਦਰ ਸੁਲਤਾਨਪੁਰ ਸੀ। ਸਾਧ ਸੰਗਤ, ਜਦੋਂ ਬਾਬਾ ਕਾਲੂ ਤੇ ਭਾਈ ਰਾਏ ਬੁਲਾਰ ਇਕੱਠੇ ਪੜ੍ਹੇ ਤੇ ਰਾਏ ਬੁਲਾਰ ਜੀ ਦੇ ਮਨ ਵਿੱਚ ਆਇਆ ਕਿ ਬਾਬਾ ਕਾਲੂ ਜੀ ਇਹ ਜ਼ਮੀਨ ਦਾ ਕੰਮ ਬਹੁਤ ਸੋਹਣੇ ਤਰੀਕੇ ਨਾਲ ਵੇਖ ਲੈਂਦੇ ਨੇ, ਕਿਉਂਕਿ ਰੱਬ ਹਰ ਬੰਦੇ ਨੂੰ ਹੁਨਰ ਦਿੰਦਾ ਹੈ। ਕਿਸੇ ਕੋਲ ਕੋਈ ਗੁਣ ਹੈ, ਕਿਸੇ ਕੋਲ ਕੋਈ ਗੁਣ ਹੈ, ਪਰ ਇੱਕ ਗੁਣ ਹੁੰਦਾ ਹੈ ਕਿ ਜ਼ਮੀਨ ਦੇ ਸੰਬੰਧੀ ਜਾਣਕਾਰੀ ਰੱਖਣੀ। ਇਹ ਬਾਬੇ ਕਾਲੂ ਦੇ ਕੋਲ ਸੀ। ਤੇ ਮਹਿਤਾ ਦਾ ਅਰਥ ਵੀ ਪਟਵਾਰੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਸ਼ਬਦ ਹੈ, ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ। ਯਾਦ ਰੱਖਣਾ, ਨਾਮ ਬਾਬਾ ਕਾਲੂ ਹੈ, ਪਰ ਮਹਿਤਾ ਤਾਂ ਕਿਹਾ ਜਾਂਦਾ ਸੀ ਕਿ ਉਹ ਜ਼ਮੀਨ ਦਾ ਕੰਮ ਬਹੁਤ ਸਤਿਕਾਰ ਨਾਲ, ਪਿਆਰ ਨਾਲ ਵੇਖਿਆ ਕਰਦੇ ਸਨ। ਰਾਏ ਬੁਲਾਰ ਜੀ ਦੇ ਮਨ ਵਿੱਚ ਆਇਆ, ਕਿਉਂ ਨਾ ਹੋਵੇ ਮੈਂ ਆਪਣੇ ਅੱਬੂ ਨਾਲ ਗੱਲ ਕਰਾਂ।
ਉਹਨਾਂ ਨੇ ਰਾਏ ਭੋਏ ਜੀ ਨਾਲ ਗੱਲ ਕੀਤੀ, ਪਿਤਾ ਜੀ ਮੈਂ ਚਾਹੁੰਦਾ ਮੈਂ ਆਪਣੇ ਮਿੱਤਰ ਨੂੰ ਪੱਠੇਵਿੰਡਪੁਰ ਤੋਂ ਤਲਵੰਡੀ ਲੈ ਆਵਾਂ। ਸਤਕਾਰ ਸਹਿਤ ਪਿਤਾ ਤੋਂ ਆਗਿਆ ਮੰਗੀ ਤੇ ਬੇਨਤੀ ਕੀਤੀ, ਬਾਬਾ ਕਾਲੂ ਜੀ ਕਿਰਪਾ ਕਰਕੇ ਤੁਸੀਂ ਤਲਵੰਡੀ ਆ ਜਾਓ। ਮਹਾਰਾਜ ਪੱਠੇਵਿੰਡਪੁਰ ਛੱਡ ਕੇ ਤੇ ਤਲਵੰਡੀ ਦੀ ਧਰਤੀ ਤੇ ਜਾਂਦੇ ਨੇ। ਇੱਥੇ ਫਿਰ ਪਿੰਡ ਚਾਲ ਤੇ ਜ਼ਿਲ੍ਹਾ ਲਾਹੌਰ ਵਿੱਚ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨਾਲ ਉਹਨਾਂ ਦਾ ਵਿਆਹ ਹੁੰਦਾ ਹੈ, ਬਾਬੇ ਕਾਲੂ ਜੀ ਦਾ। ਘਰ ਵਿੱਚ ਪਹਿਲੀ ਔਲਾਦ ਹੋਈ ਤੇ ਉਹ ਔਲਾਦ ਸੀ ਬੇਬੇ ਨਾਨਕੀ। ਜਦੋਂ ਧੀ ਨੇ ਜਨਮ ਲਿਆ, ਇਹ ਧੀ ਦਾ ਜਨਮ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਨਕਿਆਂ ਦੇ ਘਰ ਵਿੱਚ, ਭਾਵ ਮਾਤਾ ਤ੍ਰਿਪਤਾ ਦੇ ਪੇਕੇ ਘਰ ਵਿੱਚ ਹੋਇਆ। ਭੈਣਾਂ ਬੈਠੀਆਂ ਨੇ, ਭੈਣੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਭ ਤੋਂ ਵੱਧ ਵਾਰ ਜੇ ਕੋਈ ਨਾਂ ਆਇਆ ਤੇ ਨਾਨਕ ਆਇਆ ਹੈ। ਇਹ ਨਾਨਕ ਨਾਂ ਸਭ ਤੋਂ ਵੱਧ ਵਾਰ ਹੈ ਬਾਣੀ 'ਚ। ਇਹ ਨਾਂ ਗੁਰੂ ਨਾਨਕ ਸਾਹਿਬ ਨੂੰ ਕਿੱਥੋਂ ਮਿਲਿਆ? ਵੇਖੋ, ਆਪਣੀ ਭੈਣ ਤੋਂ ਮਿਲਿਆ ਨਾਂ। ਕਿਉਂ? ਕਿਉਂਕਿ ਨਾਨਕਿਆਂ ਦੇ ਘਰ ਪੈਦਾ ਹੋਣ ਤੋਂ ਇਸੇ ਕਰਕੇ ਉਹਦਾ ਨਾਂ ਵੀ ਉਹਨਾਂ ਨੇ ਨਾਨਕੀ ਰੱਖ ਦਿੱਤਾ ਵੀ ਇਹ ਨਾਨਕਿਆਂ ਦੇ ਘਰ 'ਚ ਪੈਦਾ ਹੋਈ। ਪੂਰੇ 5 ਸਾਲ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਰਾਏ ਭੋਏ ਦੀ ਤਲਵੰਡੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਉਣਾ ਹੋਇਆ। ਯਾਦ ਰੱਖਣਾ, ਗੁਰੂ ਦਾ ਜਨਮ ਨਹੀਂ ਹੁੰਦਾ। ਮੈਂ ਬੜੀ ਵਾਰ ਬੇਨਤੀ ਕੀਤੀ, ਮੈਂ ਦਰਬਾਰ ਸਾਹਿਬ ਕਥਾ ਕਰਦਿਆਂ ਵੀ ਇਹ ਬਚਨ ਕਿਹਾ ਸੀ ਕਿ ਜਨਮ ਸਾਡਾ ਹੋ ਸਕਦਾ ਹੈ, ਸਾਡੇ ਬੱਚਿਆਂ ਦਾ, ਸਾਡੇ ਵਡੇਰਿਆਂ ਦਾ, ਕਿਉਂਕਿ ਜਿੱਥੇ ਜਨਮ ਸ਼ਬਦ ਆ ਗਿਆ ਉੱਥੇ ਮੌਤ ਆਉਣੀ ਹੀ ਆਉਣੀ ਹੈ। ਪਰ ਜਦੋਂ ਸ਼੍ਰੀਮਾਨ ਭਾਈ ਗੁਰਦਾਸ ਜੀ ਧੰਨ ਗੁਰੂ ਨਾਨਕ ਸਾਹਿਬ ਬਾਰੇ ਸ਼ਬਦ ਵਰਤਦੇ ਨੇ, ਉਹ ਕਿਤੇ ਵੀ ਜਨਮਿਆ ਸ਼ਬਦ ਨਹੀਂ ਕਹਿੰਦੇ। ਹਾਲਾਂਕਿ ਜੇ ਕਾਵ ਰੂਪ ਵਿੱਚ ਵੇਖੀਏ ਤੇ ਜੇ ਸਤਿਗੁਰ ਨਾਨਕ ਪ੍ਰਗਟਿਆ ਦੀ ਥਾਂ ਤੇ ਸਤਿਗੁਰ ਨਾਨਕ ਜਨਮਿਆ ਵੀ ਲਿਖ ਦਿੰਦੇ ਤੇ ਕਾਵ ਤਾਂ ਵੀ ਪੂਰਾ ਹੋ ਜਾਣਾ ਸੀ। ਪਰ ਮਹਾਰਾਜ ਨੇ ਵੇਖਿਆ, ਭਾਈ ਗੁਰਦਾਸ ਜੀ ਨੇ, ਕਿ ਜਨਮ ਨਹੀਂ, ਗੁਰੂ ਨਾਨਕ ਦੁਨੀਆ ਤੇ ਪ੍ਰਗਟ ਹੋਇਆ ਹੈ। ਇੱਕ ਗੱਲ ਯਾਦ ਰੱਖਣੀ, ਅਸੀਂ 10 ਗੁਰੂਆਂ ਦੇ ਵਿੱਚੋਂ 9 ਗੁਰੂਆਂ ਦੇ 3-3 ਦਿਨ ਮਨਾਉਂਦੇ ਹਾਂ। ਇੱਕ ਪ੍ਰਕਾਸ਼ ਪੁਰਬ, ਇੱਕ ਗਰਿਆਈ ਪੁਰਬ ਤੇ ਇੱਕ ਜੋਤੀ ਜੋਤ ਦਿਹਾੜਾ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ 2 ਹੀ ਦਿਨ ਮਨਾਏ ਜਾਂਦੇ ਨੇ, ਇੱਕ ਪ੍ਰਕਾਸ਼ ਪੁਰਬ ਤੇ ਇੱਕ ਉਹਨਾਂ ਦਾ ਜੋਤੀ ਜੋਤ ਦਾ ਦਿਨ, ਜਿਹੜਾ ਖਾਸ ਕਰਕੇ ਅਕਤੂਬਰ ਮਹੀਨੇ ਵਿੱਚ ਆਉਂਦਾ ਹੈ। ਯੁੱਗ ਬੀਤ ਜਾਣਗੇ, ਧਰਤੀ ਚੱਲਦੀ ਰਹੇਗੀ, ਪੀੜ੍ਹੀਆਂ ਬਦਲ ਜਾਣਗੀਆਂ, ਪਰ ਯਾਦ ਰੱਖਣਾ ਉਹ ਦਿਨ ਕਦੇ ਨਹੀਂ ਆਵੇਗਾ ਜਦੋਂ ਕੋਈ ਇਹ ਕਹੇਗਾ ਵੀ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਗਰਿਆਈ ਪੁਰਬ ਮਨਾ ਰਹੇ ਹਾਂ। ਉਹਦਾ ਕਾਰਨ ਇਹ ਹੈ ਕਿ ਗੁਰੂ ਨਾਨਕ ਨੇ ਗੁਰਤਾ ਗੱਦੀ ਧੁਰ ਤੋਂ ਪ੍ਰਾਪਤ ਕੀਤੀ, ਤਾਂ ਹੀ ਸ਼੍ਰੀਮਾਨ ਭਾਈ ਗੁਰਦਾਸ ਜੀ ਨੂੰ ਲਿਖਣਾ ਪਿਆ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰ ਕੀ ਵਛਾਈ। ਜਦੋਂ ਵੀ ਕਿਸੇ ਗੁਰੂ ਸਾਹਿਬ ਦਾ ਗਰਿਆਈ ਪੁਰਬ ਹੋਵੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਰਦਾਸ ਹੁੰਦੀ ਕਿ ਮਹਾਰਾਜ ਅੱਜ ਐਸ ਗੁਰੂ ਸਾਹਿਬ ਜੀ ਦਾ ਗੁਰਿਆਈ ਪੁਰਬ ਹੈ, ਪਰ ਉਹ ਦਿਨ ਕਦੇ ਨਹੀਂ ਆਵੇਗਾ ਜਿਸ ਦਿਨ ਅਸੀਂ ਇਹ ਕਵਾਂਗੇ ਵੀ ਅੱਜ ਗੁਰੂ ਨਾਨਕ ਸਾਹਿਬ ਦਾ ਗਰਿਆਈ ਪੁਰਬ ਹੈ। ਕਿਉਂਕਿ ਬਾਣੀ ਦਾ ਬਚਨ ਹੈ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਕਿ ਨਿਰੰਕਾਰ ਦਾ ਰੂਪ ਬਣ ਕੇ ਗੁਰੂ ਨਾਨਕ ਸਾਹਿਬ ਸੰਸਾਰ ਤੇ ਆਏ ਸਨ। ਯਾਦ ਰੱਖਣਾ ਸਾਧ ਸੰਗਤ ਜੀ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਸ ਦਿਨ ਪ੍ਰਕਾਸ਼ ਪੁਰਬ ਹੈ, ਅਸਲ 'ਚ ਉਸੇ ਦਿਨ ਹੀ ਗੁਰਿਆਈ ਪੁਰਬ ਹੈ। ਕਿਉਂਕਿ ਉਹਨਾਂ ਇੱਥੇ ਆ ਕੇ ਗੁਰਿਆਈ ਨਹੀਂ ਲਈ, ਉਹ ਨਿਰੰਕਾਰ ਸੱਚਖੰਡ ਦੇ ਵਿੱਚੋਂ ਹੀ ਗੁਰਤਾ ਗੱਦੀ ਪ੍ਰਾਪਤ ਕਰਕੇ ਆਏ ਸਨ। ਤੇ ਇਸ ਸੜ ਰਹੀ, ਬਲ ਰਹੀ ਲੁਕਾਈ ਨੂੰ ਠਾਰਨ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਪ੍ਰਕਾਸ਼ ਧਾਰਿਆ। ਤੇ ਭਾਈ ਸਾਹਿਬ ਭਾਈ ਗੁਰਦਾਸ ਨੇ ਫਿਰ ਲਿਖਿਆ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਯਾਦ ਰੱਖਣਾ, ਦੁਨੀਆ ਤੇ ਹਨੇਰਾ 2 ਤਰ੍ਹਾਂ ਦਾ ਹੁੰਦਾ ਹੈ, ਇੱਕ ਕਾਲਾ ਹਨੇਰਾ, ਇੱਕ ਚਿੱਟਾ ਹਨੇਰਾ। ਕਾਲੇ ਹਨੇਰੇ ਨੂੰ ਬਲਬ ਨਾਲ ਦੂਰ ਕੀਤਾ ਜਾ ਸਕਦਾ ਹੈ। ਹੁਣ ਆਪਾਂ ਕਾਲੇ ਹਨੇਰੇ ਵਿੱਚ ਬੈਠੇ ਹਾਂ, ਰਾਤ ਜੂ ਹੈ, ਪਰ ਵੱਡੀਆਂ ਵੱਡੀਆਂ ਸਰਚ ਲਾਈਟਾਂ ਇਹ ਕਾਲੇ ਹਨੇਰੇ ਨੂੰ ਦੂਰ ਕਰਕੇ ਦਿਨ ਚੜਾ ਦਿੰਦੀਆਂ, ਰੌਸ਼ਨੀ ਲੈ ਆਉਂਦੀਆਂ ਨੇ। ਪਰ ਜਿਹੜਾ ਚਿੱਟਾ ਹਨੇਰਾ ਹੈ, ਇਹ ਕਾਲੇ ਤੋਂ ਬਹੁਤ ਖਤਰਨਾਕ ਹੁੰਦਾ ਹੈ। ਉਹਦਾ ਕਾਰਨ ਇਹ ਹੈ ਕਿ ਚਿੱਟਾ ਹਨੇਰਾ ਜਦੋਂ ਪਸਰਦਾ ਹੈ, ਜਦੋਂ ਧੁੰਦ ਡਿੱਗਦੀ ਹੈ, ਉਦੋਂ ਸਰਚ ਲਾਈਟਾਂ ਜਵਾਬ ਦੇ ਜਾਂਦੀਆਂ ਨੇ, ਉਦੋਂ ਬਲਬ ਜਵਾਬ ਦੇ ਜਾਂਦੇ ਨੇ। ਕਿੰਨਾ ਵੀ ਕੋਈ ਪ੍ਰਬੰਧ ਕਰ ਲਵੇ, ਧੁੰਦ ਦੇ ਅੱਗੇ ਬੰਦੇ ਦਾ ਕਦੇ ਜ਼ੋਰ ਨਹੀਂ ਚੱਲਦਾ। ਸਾਧ ਸੰਗਤ, ਚਿੱਟੇ ਹਨੇਰੇ ਤੋਂ ਭਾਵ ਸੀ
ਕਿ ਜਿਨ੍ਹਾਂ ਧਰਮ ਦੇ ਚੋਲੇ ਪਾਏ ਸਨ, ਜਿਨ੍ਹਾਂ ਆਪਣੀ ਵੇਸ਼ ਭੂਸ਼ਾ ਧਾਰਮਿਕ ਬਣਾਈ ਸੀ, ਪਰ ਅੰਦਰ ਧਰਮ ਨਹੀਂ ਸੀ, ਬਾਬੇ ਨਾਨਕ ਦੇ ਗਿਆਨ ਨੇ ਚਿੱਟੇ ਹਨੇਰੇ ਤੋਂ ਵੀ ਲੋਕਾਂ ਨੂੰ ਮੁਕਤੀ ਦਿਵਾਈ। ਤੇ ਜਿਹੜਾ ਕਾਲਾ ਹਨੇਰਾ ਸੀ, ਰਾਜਨੀਤਿਕ ਲੋਕ ਜਿਹੜੇ ਸੰਸਾਰ ਤੇ ਇਹ ਹਨੇਰਾ ਸਾਧ ਸੰਗਤ ਜੀ ਪਸਾਰ ਰਹੇ ਸਨ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਵੀ ਮੂੰਹ ਤੇ ਇਹ ਸ਼ਬਦ ਕਹੇ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓਂ ਚੱਟ ਜਾਓ। 550 ਸਾਲ ਪਹਿਲਾਂ ਇਹ ਸ਼ਬਦ ਕਹੇ, ਪਰ ਵੇਖੋ ਬਾਬੇ ਨਾਨਕ ਦੀ ਬਾਣੀ ਦੀ ਗੂੰਜ ਐਵੇਂ ਨਹੀਂ। ਸ਼੍ਰੀਮਾਨ ਭਾਈ ਗੁਰਦਾਸ ਨੇ ਲਿਖਿਆ, ਉਹ ਕਹਿੰਦੇ ਬੁੱਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਈ। ਧੰਨ ਗੁਰੂ ਨਾਨਕ ਸਾਹਿਬ ਦਾ ਗਿਆਨ ਅੱਜ ਵੀ ਜਿਹੜੇ ਸਮੇਂ ਦੇ ਰਾਜੇ ਨੇ, ਸਮੇਂ ਦੇ ਹਾਕਮ ਨੇ, ਉਹਨਾਂ ਵੱਲ ਅੱਜ ਵੀ ਵੇਖ ਲਓ। ਜਿੱਥੇ ਇਹ 500 ਸਾਲ ਪਹਿਲਾਂ ਖੜੇ ਸਨ, ਅੱਜ ਵੀ ਸਮੇਂ ਦੀਆਂ ਹਕੂਮਤਾਂ, ਸਮੇਂ ਦੀਆਂ ਸਰਕਾਰਾਂ ਉੱਥੇ ਹੀ ਖੜੀਆਂ ਨੇ। ਕਿ ਲੋਕਾਂ ਦੇ ਹੱਕ ਨਹੀਂ ਮਾਰੇ ਜਾ ਰਹੇ? ਕਿ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਨਹੀਂ ਕਰਾਇਆ ਜਾ ਰਿਹਾ? ਕਿ ਘੱਟ ਗਿਣਤੀਆਂ ਦੇ ਹੱਕਾਂ ਤੇ ਡਾਕੇ ਨਹੀਂ ਮਾਰੇ ਜਾ ਰਹੇ? ਫਿਰ ਅੱਜ ਵਾਲੇ ਰਾਜਿਆਂ ਵੱਲ ਵੇਖ ਕੇ ਵੀ ਕਿਹਾ ਜਾ ਸਕਦਾ ਹੈ ਤੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਣੀ 500 ਸਾਲ ਪਹਿਲਾਂ ਆਵਾਜ਼ ਦਿੰਦੀ ਸੀ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ, ਅੱਜ 500 ਸਾਲ ਬੀਤਣ ਤੋਂ ਬਾਅਦ ਵੀ ਰਾਜਿਆਂ ਦੇ ਹਾਲਾਤ ਉਹੀ ਹਨ। ਸਾਧ ਸੰਗਤ, ਮੈਂ ਬੇਨਤੀ ਕਰ ਰਿਹਾ ਸੀ, ਮਹਾਰਾਜ ਸੱਚੇ ਪਾਤਸ਼ਾਹ ਨੇ ਚਿੱਟਾ ਹਨੇਰਾ ਦੂਰ ਕਰਨ ਵਾਸਤੇ ਕਾਜ਼ੀਆਂ ਨੂੰ ਉਪਦੇਸ਼ ਦਿੱਤਾ। ਉਹਨਾਂ ਬਾਣੀ ਵਿੱਚ ਕਿਹਾ, ਕਾਦੀ ਕੂੜ ਬੋਲ ਮਲ ਖਾਏ। ਉਹ ਧਰਮ ਦਾ ਪਹਿਰਾਵਾ ਪਾਉਣ ਵਾਲੇ ਕਾਜੀ, ਤੂੰ ਝੂਠ ਬੋਲਦਾ ਹੈ, ਪਰ ਪਹਿਰਾਵਾ ਤੂੰ ਧਰਮ ਦਾ ਪਾਇਆ, ਸ਼ਰਮ ਕਰ। ਤੂੰ ਝੂਠ ਬੋਲ ਕੇ ਮੈਲ ਖਾ ਰਿਹਾ ਹੈ। ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨ ਜਾਣੇ ਅੰਧ। ਮਹਾਰਾਜ ਨੇ ਕਿਹਾ, ਤੀਨੇ ਉਹ ਜਾੜੇ ਕਾ ਬੰਦ। ਇਹਨਾਂ ਤਿੰਨਾਂ ਨੇ ਲੋਕਾਂ ਨੂੰ ਰਸਤਾ ਵਿਖਾਉਣਾ ਸੀ, ਕਾਜੀ ਨੇ, ਜੋਗੀ ਨੇ, ਬ੍ਰਾਹਮਣ ਨੇ। ਪਰ ਮਹਾਰਾਜ ਕਹਿੰਦੇ ਅੰਤਰੀਵ ਤੌਰ ਤੇ ਧਰਮ ਨਾ ਹੋਣ ਕਰਕੇ ਇਹਨਾਂ ਤਿੰਨਾਂ ਨੇ ਇਹ ਸਾਰੀ ਇਸ ਸਮਾਜ ਦੀ ਬੇੜੀ ਨੂੰ ਡੋਬ ਕੇ ਰੱਖ ਦਿੱਤਾ। ਖੈਰ, ਮਹਾਰਾਜ 5 ਸਾਲ ਛੋਟੇ ਨੇ ਬੇਬੇ ਨਾਨਕੀ ਤੋਂ। ਅੱਜ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਹੈ। ਇਹ ਪ੍ਰਕਾਸ਼ ਹੋਣ ਤੋਂ ਪਹਿਲਾਂ ਦਾਈ ਦੌਲਤਾਂ ਬਾਬੇ ਨਾਨਕ ਦੇ ਪਿਤਾ ਨੂੰ ਇੱਕ ਬਚਨ ਕਹਿੰਦੀ ਹੈ। ਇਤਿਹਾਸ ਵਿੱਚ ਇਹ ਸ਼ਬਦ ਬੜੇ ਕਮਾਲ ਦੇ ਲਿਖੇ ਨੇ। ਕੋਲ ਆ ਕੇ ਹੱਥ ਜੋੜ ਕੇ ਕਿਹਾ, ਬਾਬਾ ਕਾਲੂ, ਮੇਰੀ ਮਾਂ ਨੇ ਮੇਰਾ ਨਾਂ ਦੌਲਤਾਂ ਰੱਖਿਆ ਸੀ, ਪਰ ਮੈਂ ਇੰਨੀ ਕੁ ਗਰੀਬਣੀ ਆ, ਮੈਂ ਅੱਜ ਤੱਕ ਦੌਲਤ ਦਾ ਮੂੰਹ ਨਹੀਂ ਤੱਕਿਆ। ਮੈਂ ਦਾਈ ਦਾ ਕੰਮ ਕਰਦੀ ਆ, ਲੋਕਾਂ ਦੀ ਜੂਠ ਧੋਣੀ ਆ। ਮੇਰਾ ਨਾਂ ਤਾਂ ਦੌਲਤਾਂ ਹੈ, ਪਰ ਮੈਂ ਅੱਜ ਤੱਕ ਜ਼ਿੰਦਗੀ ਤੇ ਦੌਲਤ ਨੂੰ ਤੱਕਿਆ ਨਹੀਂ। ਮੇਰੇ ਨਾਲ ਇੱਕ ਵਾਅਦਾ ਕਰ, ਜੇ ਰੱਬ ਨੇ ਤੇਰੇ ਘਰ ਵਿੱਚ ਖੁਸ਼ੀ ਦਿੱਤੀ ਤੇ ਘੱਟੋ ਘੱਟ ਤੂੰ ਮੈਨੂੰ ਸੱਚਮੁੱਚ ਦੌਲਤਾਂ ਵਾਲੀ ਕਰ ਦੇਂਗਾ। ਹਜੂਰ ਦੇ ਪਿਤਾ ਬਾਬਾ ਕਾਲੂ ਜੀ ਨੇ ਕਿਹਾ, ਕਹਿਣ ਲੱਗੇ, ਦੌਲਤਾਂ ਤੇਰੇ ਨਾਲ ਵਾਅਦਾ ਰਿਹਾ, ਜੇ ਘਰ ਵਿੱਚ ਪੁੱਤਰ ਪੈਦਾ ਹੋਇਆ ਤੇ ਮੈਂ ਉਸ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ, ਮੈਂ ਤੇਰੀ ਗਰੀਬੀ ਕੱਟ ਦਿਆਂਗਾ, ਤੈਨੂੰ ਦੌਲਤਾਂ ਵਾਲੀ ਕਰ ਦਿਆਂਗਾ। ਅੱਜ ਉਹ ਸੁਭਾਗੀ ਘੜੀ ਆਈ। ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਔਰ ਸਭ ਤੋਂ ਪਹਿਲਾਂ ਦਰਸ਼ਨ ਕਰਨ ਵਾਲੀ ਵਡਭਾਗੀ ਇਸਤਰੀ ਦਾਈ ਦੌਲਤਾਂ, ਜਦੋਂ ਉਹਨੇ ਦਰਸ਼ਨ ਕੀਤੇ, ਇਹ ਸ਼ਬਦ ਕੇਵਲ ਬਾਣੀ ਵਿੱਚ ਲਿਖੇ ਨਹੀਂ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਨੇ ਗੁਰੂ ਨਾਨਕ ਦੀ ਬਾਣੀ ਸੁਣ ਲਈ ਉਹ ਵੀ ਤਰ ਗਿਆ, ਤੇ ਜਿਨੇ ਗੁਰੂ ਨਾਨਕ ਦੇ ਦਰਸ਼ਨ ਕਰ ਲਏ ਤਰ ਉਹ ਵੀ ਗਿਆ। ਅੱਜ ਪਹਿਲਾ ਚਲਕਾਰਾ ਪਿਆ, ਬਾਹਰ ਆ ਕੇ ਖੁਸ਼ਖਬਰੀ ਸੁਣਾਈ, ਬਾਬਾ ਕਾਲੂ ਵਧਾਈ ਹੋਵੇ, ਤੇਰੇ ਘਰ ਵਿੱਚ ਪੁੱਤਰ ਨੇ ਜਨਮ ਲਿਆ ਹੈ। ਕੀਤਾ ਵਾਅਦਾ ਯਾਦ ਆਇਆ। ਬਾਬੇ ਕਾਲੂ ਨੇ ਆਪਣੇ ਅਹਿਲਕਾਰਾਂ ਨੂੰ ਕਿਹਾ, ਕਹਿਣ ਲੱਗਾ, ਲਿਆਓ ਥਾਲੀਆਂ ਭਰ ਕੇ ਮੋਹਰਾਂ ਦੀਆਂ, ਆਪਾਂ ਕੀਤੇ ਵਾਅਦੇ ਦੇ ਮੁਤਾਬਕ ਦਾਈ ਦੌਲਤਾਂ ਨੂੰ ਦੌਲਤਾਂ ਵਾਲੀ ਕਰ ਦਈਏ। ਜਨਮ ਸਾਖੀ ਦੇ ਬੋਲ ਨੇ, ਅੱਖਾਂ ਵਿੱਚ ਵਿਰਾਗ ਹੈ, ਦਰਸ਼ਨ ਕਰਕੇ ਅੰਦਰੋਂ ਗਦਗਦ ਹੋ ਚੁੱਕੀ ਹੈ ਦਾਈ ਦੌਲਤਾਂ। ਹੱਥ ਜੋੜ ਕੇ ਕਹਿੰਦੀ, ਬਾਬਾ ਕਾਲੂ, ਹੁਣ ਮੈਨੂੰ ਕਿਸੇ ਦੌਲਤ ਦੀ ਲੋੜ ਨਹੀਂ ਰਹੀ। ਬਾਬਾ ਕਾਲੂ ਕਹਿੰਦਾ, ਕਿਉਂ? ਕਹਿੰਦੀ, ਜਿਹੜੇ ਤੇਰੇ ਪੁੱਤਰ ਦੇ ਦਰਸ਼ਨ ਕਰਕੇ ਮੈਨੂੰ ਸੱਚਮੁੱਚ ਦੌਲਤ ਦੀ ਪ੍ਰਾਪਤੀ ਹੋਈ ਆ। ਇੱਕ ਬੰਨੇ ਤੱਕੜੀ ਦੇ ਛਾਬੇ ਵਿੱਚ तमाम ਦੁਨੀਆ ਦੀ ਦੌਲਤ ਰੱਖ ਲਈਏ,
ਦੂਜੇ ਬੰਨੇ ਜਿਹੜਾ ਬੰਦਾ ਤੇਰੇ ਪੁੱਤਰ ਦੇ ਦਰਸ਼ਨ ਕਰ ਲਵੇ, ਤੇਰੇ ਪੁੱਤਰ ਦੇ ਦਰਸ਼ਨਾਂ ਅੱਗੇ ਦੁਨੀਆ ਦੀ ਸਾਰੀ ਕਾਇਨਾਤ ਦੀ ਦੌਲਤ ਫਿੱਕੀ ਨਜ਼ਰ ਆਉਂਦੀ ਹੈ। ਇਸ ਕਰਕੇ ਬਾਬੇ ਕਾਲੂ ਨੂੰ ਇਹ ਬਚਨ ਕਹੇ ਵੀ ਹੁਣ ਮੈਨੂੰ ਕਿਸੇ ਦੌਲਤ ਦੀ ਲੋੜ ਨਹੀਂ ਪਈ। ਬਾਣੀ ਦਾ ਬਚਨ ਹੈ, ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਸਾਧ ਸੰਗਤ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਾਏ ਭੋਏ ਦੀ ਤਲਵੰਡੀ ਤੇ ਬਹੁਤ ਸਾਰਾ ਉਪਦੇਸ਼ ਦ੍ਰਿੜ ਕਰਾਇਆ। ਖਾਸ ਕਰਕੇ ਪੰਡਿਤ ਹਰਦਿਆਲ ਨੂੰ ਮੈਂ ਜਿਹੜੀ ਬੇਨਤੀ ਪਹਿਲਾਂ ਕਰ ਰਿਹਾ ਸੀ ਕਿ ਸਭ ਤੋਂ ਵੱਧ ਵਾਰ ਬਾਣੀ ਵਿੱਚ ਨਾਨਕ ਸ਼ਬਦ ਆਇਆ, ਪਰ ਇਹ ਨਾਨਕ ਸ਼ਬਦ ਗੁਰੂ ਨਾਨਕ ਸਾਹਿਬ ਨੂੰ ਇੱਕ ਇਸਤਰੀ ਤੋਂ, ਆਪਣੀ ਸਕੀ ਭੈਣ ਤੋਂ ਮਿਲਿਆ ਨਾ ਸੀ। ਉਹਦਾ ਨਾਂ ਨਾਨਕੀ ਤੇ ਉਹਦੀ ਤਰਜ ਤੇ ਨਾਂ ਪੁੱਤਰ ਦਾ ਫਿਰ ਨਾਨਕ ਰੱਖ ਦਿੱਤਾ ਗਿਆ। ਮੈਂ ਕਹਿੰਦਾ ਭੈਣੋ, ਆਪਾਂ ਗੁਰੂ ਨਾਨਕ ਦੇ ਘਰ ਦਾ ਦੇਣ ਨਹੀਂ ਦੇ ਸਕਦੇ। ਜੋਗੀਆਂ ਨੇ ਔਰਤ ਨੂੰ ਬਹੁਤ ਮਾੜਾ ਲਿਖਿਆ ਆਪਣੇ ਗ੍ਰੰਥਾਂ 'ਚ, ਗੋਰਖਨਾਥ ਵਰਗਿਆਂ ਨੇ। ਤੁਸੀਂ ਦੁਨੀਆ ਦੇ ਸਨਾਤਨ ਧਰਮ ਨੂੰ ਪੜ੍ਹ ਕੇ ਵੇਖੋ, ਇਹ ਜੰਜੂ ਮਰਦ ਤਾਂ ਪਾ ਸਕਦਾ ਹੈ ਪਰ ਔਰਤ ਨਹੀਂ ਪਾ ਸਕਦੀ। ਮਸੀਤ ਤੇ ਜਾ ਕੇ ਇੱਕ ਮਰਦ ਤਾਂ ਨਮਾਜ਼ ਅਦਾ ਕਰ ਸਕਦਾ ਹੈ, ਔਰਤ ਨਹੀਂ ਕਰ ਸਕਦੀ। ਬੁੱਧ ਧਰਮ ਦਾ ਪ੍ਰਚਾਰਕ ਮਰਦ ਤਾਂ ਬਣ ਸਕਦਾ, ਜਿਹਨੂੰ ਭਿਕਸ਼ੂ ਕਿਹਾ ਜਾਂਦਾ ਹੈ, ਪਰ ਔਰਤ ਨਹੀਂ ਬਣ ਸਕਦੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਨਾਂ ਭੈਣ ਤੋਂ ਮਿਲਿਆ ਤੇ ਭੈਣ ਤੋਂ ਮਿਲਿਆ ਨਾਂ ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਇਆ। ਔਰ ਮਹਾਰਾਜ ਨੇ ਇੰਨੀ ਵਡਿਆਈ ਬਖਸ਼ੀ ਭੈਣਾਂ ਨੂੰ। ਉਹਨਾਂ ਕਿਹਾ 32 ਸਲੱਖਣੀ ਸੱਚ ਸੰਤਤ ਪੂਤ, ਆਗਿਆਕਾਰੀ ਸੁਗੜ ਸਰੂਪ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਬੱਚੀਆਂ ਨੂੰ ਬਹੁਤ ਵੱਡਾ ਮਕਾਮ ਬਖਸ਼ਿਆ। ਸਾਧ ਸੰਗਤ, ਇਹਦੇ ਤੋਂ ਅੱਗੇ ਚੱਲੋ। ਪੰਡਿਤ ਹਰਦਿਆਲ ਜਨੇਊ ਪਾਉਣ ਆਇਆ। ਅਸੀਂ ਆਮ ਕਰਕੇ ਜਨੇਊ ਦੀ ਪ੍ਰਥਾएं ਇੱਕੋ ਸ਼ਲੋਕ ਸਰਵਣ ਕਰਦੇ ਹਾਂ, ਪਰ ਉਸ ਸ਼ਲੋਕ ਦੇ ਅੰਦਰ ਜਿਹੜਾ ਗਿਆਨ ਬਾਬੇ ਨੇ ਬਖਸ਼ਿਆ, ਉਸ ਗਿਆਨ ਦਾ ਸੱਚਮੁੱਚ ਦੁਨੀਆ ਤੇ ਕੋਈ ਸਾਨੀ ਨਹੀਂ। ਬਾਬੇ ਨੇ ਹੱਥ ਫੜ ਕੇ ਕਿਹਾ, ਪੰਡਿਤ ਜੀ, ਇਹ ਧਾਗਾ ਸੜ ਸਕਦਾ ਹੈ, ਗਲ ਸਕਦਾ ਹੈ, ਕਿ ਇਹਨੂੰ ਪਾਣੀ ਡੋਬ ਸਕਦਾ ਹੈ, ਕਿ ਇਹਨੂੰ ਅੱਗ ਸਾੜ ਸਕਦੀ? ਉਹਨੇ ਕਿਹਾ ਬਿਲਕੁਲ ਹੋ ਸਕਦਾ ਹੈ। ਮਹਾਰਾਜ ਨੇ ਕਿਹਾ ਫੇਰ ਜਦੋਂ ਇਹ ਗਲ ਜਾਵੇਗਾ, ਸੜ ਜਾਵੇਗਾ, ਤੇ ਉਹਦੇ ਤੋਂ ਬਾਅਦ ਉਹਨਾਂ ਕਿਹਾ ਵੀ ਨਵਾਂ ਪਾ ਲਿਆ ਜਾਵੇਗਾ। ਮਹਾਰਾਜ ਨੇ ਕਿਹਾ ਮੈਨੂੰ ਤਾਂ ਉਹ ਚਾਹੀਦਾ ਹੈ ਜਿਹੜਾ ਨਾ ਗਲੇ ਨਾ ਸੜੇ ਤੇ ਨਾ ਹੀ ਦੁਬਾਰਾ ਨਵਾਂ ਨਿਤ ਧਾਰਨ ਕਰਨ ਦੀ ਜ਼ਰੂਰਤ ਪਵੇ। ਪੰਡਿਤ ਕਹਿਣ ਲੱਗਾ ਇਹ ਜਨੇਊ ਨਹੀਂ। ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਇਹ ਜਨੇਊ ਹੈ, ਪਰ ਜਨੇਊ ਧਾਰਨ ਕਰਨ ਤੋਂ ਪਹਿਲਾਂ ਦੋ ਗੱਲਾਂ ਬਾਬੇ ਨਾਨਕ ਨੇ ਪੰਡਿਤ ਹਰਦਿਆਲ ਨੂੰ ਕਹੀਆਂ। ਜਨਮ ਸਾਖੀ ਲਿਖਦੀ ਹੈ, ਮਹਾਰਾਜ ਨੇ ਉੱਥੇ ਬਚਨ ਕਿਹਾ ਸੀ, ਮਰਦਾਨਾ ਮੇਰਾ ਮਿੱਤਰ ਹੈ। ਆ ਗਿਆਨੀ ਜੀ ਬਹੁਤ ਪਿਆਰ ਨਾਲ ਭਾਈ ਗੁਰਪ੍ਰੀਤ ਸਿੰਘ ਜੀ ਕਥਾ ਕਰ ਰਹੇ ਸਨ। ਯਾਦ ਰੱਖਣਾ ਕਿ ਜਦੋਂ ਭਾਈ ਮਰਦਾਨੇ ਦਾ ਜ਼ਿਕਰ ਚੱਲਦਾ ਹੈ, ਜਦੋਂ ਕਿਹਾ ਵੀ ਮਰਦਾਨੇ ਨੂੰ ਜਨੇਊ ਕਿਉਂ ਨਹੀਂ, ਤੇ ਪੰਡਿਤ ਨੇ ਜਵਾਬ ਦਿੱਤਾ ਇਹ ਸ਼ੂਦਰ ਹੈ ਤੇ ਇਹ ਧਾਗਾ ਸ਼ੂਦਰਾਂ ਵਾਸਤੇ ਨਹੀਂ ਬਣਿਆ। ਫਿਰ ਮਹਾਰਾਜ ਨੇ ਕਿਹਾ ਮੇਰੀ ਭੈਣ ਮੇਰੇ ਤੋਂ 5 ਸਾਲ ਵੱਡੀ ਹੈ। ਬੜਾ ਪਿਆਰ ਸੀ ਦੋਵਾਂ ਭੈਣ ਭਰਾਵਾਂ ਦਾ। ਪ੍ਰੋਫੈਸਰ ਪੂਰਨ ਸਿੰਘ ਇੱਕ ਥਾਂ ਤੇ ਲਿਖਦਾ ਖਾਲਸਾ ਜੀ, ਉਹ ਕਹਿੰਦਾ ਰੱਬਾ ਜੇ ਮੈਨੂੰ ਗੁਰੂ ਨਾਨਕ ਨੂੰ ਵੇਖਣ ਵਾਲੀ ਅੱਖ ਦੇਣੀ ਹੈ ਤੇ ਕਿਰਪਾ ਕਰੀ ਭੈਣ ਨਾਨਕੀ ਵਾਲੀ ਅੱਖ ਦਈ। ਕਿਸੇ ਨੇ ਪੁੱਛਿਆ ਕਿਉਂ? ਕਹਿੰਦਾ ਭੈਣ ਨਾਨਕੀ ਨੇ ਗੁਰੂ ਨਾਨਕ ਚੋਂ ਕਦੇ ਵੀਰ ਨਹੀਂ ਤੱਕਿਆ, ਉਹਨੇ ਜਦੋਂ ਤੱਕਿਆ ਪੀਰ ਹੀ ਤੱਕਿਆ, ਭਾਵ ਕਿ ਰੱਬ ਹੀ ਤੱਕਿਆ। ਜਿੰਨਾ ਚਿਰ ਤਵੇ ਦਾ ਪਹਿਲਾ ਫੁਲਕਾ ਵੀਰ ਨਹੀਂ ਸੀ ਛਕਦਾ, ਭੈਣ ਘਰ ਵਿੱਚੋਂ ਕਿਸੇ ਨੂੰ ਪ੍ਰਸ਼ਾਦਾ ਨਹੀਂ ਸੀ ਦਿੰਦੀ। ਇੰਨਾ ਪਿਆਰ ਭੈਣ ਭਰਾਵਾਂ ਦਾ। ਮਹਾਰਾਜ ਨੇ ਕਿਹਾ ਪੰਡਿਤ ਜੀ ਮੇਰੀ ਭੈਣ ਨੂੰ ਜਨੇਊ ਨਹੀਂ ਪਾਇਆ। ਪੰਡਿਤ ਕਹਿੰਦਾ ਨਾ ਇਹ ਸ਼ੂਦਰ ਵਾਸਤੇ ਬਣਿਆ, ਨਾ ਇਹ ਔਰਤ ਵਾਸਤੇ ਬਣਿਆ। ਬਾਬੇ ਨੇ ਉੱਥੇ ਗਰਜਵੀਂ ਆਵਾਜ਼ ਵਿੱਚ ਕਿਹਾ ਉਹ ਜਿਹੜਾ ਧਾਗਾ ਸਮਾਜ ਵਿੱਚ ਵੰਡੀਆਂ ਪਾਵੇ, ਏਕ ਪਿਤਾ ਏਕ ਸਕੇਹ ਮੁਬਾਰਕ ਦੇ ਸਿਧਾਂਤ ਦੇ ਨਾ ਚੱਲਦਾ ਹੋਵੇ, ਉਹ ਧਾਗਾ ਗੁਰੂ ਨਾਨਕ ਸਾਹਿਬ ਕਦੇ ਕੱਚਾ ਧਾਗਾ ਪ੍ਰਵਾਨ ਨਹੀਂ ਕਰਨਗੇ। ਮਹਾਰਾਜ ਨੇ ਕਿਹਾ ਮੇਰੇ ਕੋਲ ਵੀ ਇੱਕ ਜਨੇਊ। ਮੈਂ ਇੱਕ ਬੇਨਤੀ ਕਰਾਂਗਾ ਸਾਧ ਸੰਗਤ, ਅੱਜ ਬੜੀਆਂ ਵਿਚਾਰਧਾਰਾਵਾਂ ਸਾਡੇ ਪੰਥ ਵਿੱਚ ਚੱਲਦੀਆਂ ਨੇ, ਪਰ ਇੱਕ ਬੇਨਤੀ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵੱਡੀ ਕੋਈ ਵਿਚਾਰਧਾਰਾ ਨਹੀਂ ਹੋ ਸਕਦੀ। ਸਾਧ ਸੰਗਤ, ਬਾਬੇ ਨੇ ਖੰਡਨ ਵੀ ਕੀਤਾ ਤੇ ਗੁਰੂ ਨਾਨਕ ਨੇ ਖੰਡਨ ਕਰਕੇ ਉਹਦਾ ਮੰਡਨ ਵੀ ਦਿੱਤਾ। ਵੇਖੋ ਹੈ ਕੋਈ ਦੁਨੀਆ ਤੇ ਇਦਾਂ ਦਾ ਬਾਬਾ? ਮਹਾਰਾਜ ਇੱਕ ਜਨੇਊ ਦਾ ਖੰਡਨ ਕਰਦੇ ਪਏ ਆ, ਇੱਕ ਜਨੇਊ ਮੰਡਨ ਕਰਕੇ ਆਪਣੇ ਨਾਲ ਲੈ ਕੇ ਜਾਂਦੇ ਪਏ ਆ। ਇੱਕ ਆਰਤੀ ਦਾ ਖੰਡਨ ਕਰਦੇ ਪਏ ਆ, ਇੱਕ ਆਰਤੀ ਗੁਰੂ ਨਾਨਕ ਸਾਹਿਬ ਨਾਲ ਲੈ ਕੇ ਜਾਂਦੇ ਪਏ ਆ।
ਇੱਕ ਨਮਾਜ਼ ਦਾ ਖੰਡਨ ਕਰਦੇ ਆ, ਪਰ ਇੱਕ ਨਮਾਜ਼ ਸੱਚੀ ਨਮਾਜ਼ ਆਪਣੇ ਨਾਲ ਲੈ ਕੇ ਜਾਂਦੇ ਪਏ ਆ। ਇੱਥੇ ਹੀ ਬਸ ਨਹੀਂ, ਬਾਬਾ ਗਿਆ ਜਗਨਨਾਥਪੁਰੀ, ਉੱਥੇ ਹਿੰਦੀ ਬੋਲੀ ਜਾਂਦੀ ਹੈ। ਬਾਬੇ ਨੇ ਹਿੰਦੀ ਭਾਸ਼ਾ 'ਚ ਆਰਤੀ ਦੇ ਸ਼ਬਦ ਲਿਖੇ, ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ। ਬਾਬਾ ਪੰਜਾਬ ਦੀ ਧਰਤੀ ਤੇ ਪੈਰ ਰੱਖਦਾ ਹੈ, ਲੋਕ ਠੇਠ ਪੰਜਾਬੀ ਬੋਲਦੇ ਨੇ, ਤੇ ਮਹਾਰਾਜ ਨੇ ਠੇਠ ਪੰਜਾਬੀ ਵਿੱਚ ਕਿਹਾ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਬਾਬੇ ਨੇ ਉਪਦੇਸ਼ ਦਿੱਤਾ ਕਿਸਾਨ ਨੂੰ, ਤੇ ਕਿਸਾਨ ਨੂੰ ਕਿਸਾਨ ਦੀ ਭਾਸ਼ਾ 'ਚ ਸਮਝਾਇਆ। ਕਿਸਾਨ ਦਾ ਸੰਬੰਧ ਹੈ ਬੀਜ ਬੋਣ ਨਾਲ, ਕਿਸਾਨ ਦਾ ਸੰਬੰਧ ਹੈ ਖੇਤੀਬਾੜੀ ਕਰਨ ਨਾਲ, ਕਿਸਾਨ ਦਾ ਸੰਬੰਧ ਹੈ ਸੁਹਾਗੇ ਨਾਲ, ਕਿਸਾਨ ਦਾ ਸੰਬੰਧ ਹੈ ਜ਼ਮੀਨ ਨੂੰ ਪਾਣੀ ਦੇਣ ਦੇ ਨਾਲ। ਮਹਾਰਾਜ ਨੇ ਇੱਕ ਕਿਸਾਨ ਨੂੰ ਕਿਸਾਨ ਦੀ ਭਾਸ਼ਾ 'ਚ ਸਮਝਾ ਕੇ ਕਿਹਾ, ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਪਰ ਜੇ ਜੋਗੀਆਂ ਨੂੰ ਸਮਝਾਇਆ, ਵੇਖੋ ਜੋਗੀ, ਉਹਨਾਂ ਦਾ ਸੰਬੰਧ ਸੀ ਕੰਨ 'ਚ ਪਾਈਆਂ ਮੁੰਦਰਾਂ ਨਾਲ, ਉਹਨਾਂ ਦਾ ਸੰਬੰਧ ਸੀ ਝੋਲੀ ਦੇ ਨਾਲ ਜਿਹੜੀ ਡੰਡਿਆਂ ਦੇ ਦੋਵਾਂ ਸਾਈਡਾਂ ਤੇ ਟੰਗੀ ਹੋਈ ਸੀ, ਉਹਨਾਂ ਦਾ ਸੰਬੰਧ ਸੀ ਡੰਡੇ ਨਾਲ ਜਿਹੜਾ ਮੋਢੇ ਤੇ ਟਿਕਾਇਆ। ਜੋਗੀਆਂ ਦਾ ਸੰਬੰਧ ਸੀ ਵਿਭੂਤੀ ਦੇ ਨਾਲ ਜਿਹੜੀ ਤਨ ਤੇ ਮਲੀ। ਪਰ ਮਹਾਰਾਜ ਨੇ ਜਿੱਦਣ ਜੋਗੀਆਂ ਨੂੰ ਉਪਦੇਸ਼ ਦਿੱਤਾ, ਉਹਨਾਂ ਕਿਹਾ, ਮੁੰਦਾ ਸੰਤੋਖ ਸ਼ਰਮਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਹੁਣ ਵੇਖੋ ਸੰਤੋਖ ਦੀ ਗੱਲ ਜੋਗੀਆਂ ਨਾਲ ਵੀ ਕਰ ਰਹੇ ਨੇ, ਪਰ ਜਿੱਥੇ ਜੋਗੀ ਨੂੰ ਕਿਹਾ ਤੇਰੀ ਜ਼ਿੰਦਗੀ 'ਚ ਸੰਤੋਖ ਚਾਹੀਦਾ, ਉੱਥੇ ਉਦਾਹਰਨ ਦਿੱਤੀ ਮੁੰਦਰਾਂ ਦੀ। ਤੇ ਜਦੋਂ ਕਿਸਾਨ ਨੂੰ ਕਿਹਾ ਤੇਰੀ ਜ਼ਿੰਦਗੀ 'ਚ ਸੰਤੋਖ ਚਾਹੀਦਾ ਹੈ, ਤੂੰ ਭਟਕੇ ਨਾ, ਉੱਥੇ ਉਦਾਹਰਨ ਦਿੱਤੀ ਸੁਹਾਗੇ ਦੀ। ਇਹ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਗਿਆਨ। ਅੱਜ ਪੰਡਤ ਧਾਗਾ ਲੈ ਕੇ ਆਇਆ, ਉਹਦੀ ਭਾਸ਼ਾ ਵਿੱਚ ਕਿਹਾ, ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ। ਯਾਦ ਰੱਖਣਾ ਸਾਧ ਸੰਗਤ, ਜਨੇਊ ਵੀ 4 ਤਰ੍ਹਾਂ ਦਾ ਸੀ। ਕਹਿੰਦੇ ਨੇ ਵੀ ਬ੍ਰਾਹਮਣ ਪਾਵੇ ਬਸੰਤ ਰੁੱਤ ਵਿੱਚ, ਖੱਤਰੀ ਪਾਵੇ ਗਰਮੀਆਂ ਵਿੱਚ, ਵੈਸ਼ ਪਾਵੇ ਉਥੇ ਸਰਦੀਆਂ ਵਿੱਚ, ਤੇ ਸ਼ੂਦਰ ਵਾਸਤੇ ਕਹਿੰਦੇ ਬਣਿਆ ਹੀ ਕੋਈ ਨਹੀਂ। ਇੱਕ ਪਾਵੇ ਕਪਾਹ ਦਾ, ਇੱਕ ਪਾਵੇ ਸਣ ਦਾ, ਇੱਕ ਪਾਵੇ ਪੱਛਮ ਦਾ। ਪਰ ਮਹਾਰਾਜ ਨੇ ਆਖਿਆ ਵੀ ਜਦੋਂ ਰੁੱਤਾਂ ਵੰਡ ਲੀਆਂ, ਜਦੋਂ ਤੁਸੀਂ ਇਹ ਧਾਗੇ ਵੰਡ ਲਏ, ਤੇ ਫਿਰ ਸਮਾਜ ਵਿੱਚ ਕਦੇ ਏਕਤਾ ਨਹੀਂ ਰਹੇਗੀ। ਹਾਂ, ਜਿਹੜਾ ਜਨੇਊ ਮੈਨੂੰ ਚਾਹੀਦਾ ਉਹਦੇ 'ਚ ਦਇਆ ਹੋਵੇ। ਨੰਬਰ 1, ਬੰਦੇ ਦੀ ਜ਼ਿੰਦਗੀ 'ਚ ਦਇਆ ਹੋਣੀ ਚਾਹੀਦੀ। ਮੈਂ ਆਮ ਕਰਕੇ ਬੇਨਤੀ ਕਰਦਾ ਹੁੰਨਾ, ਹਜੂਰ ਨੇ ਜਪਜੀ ਸਾਹਿਬ ਵਿੱਚ ਕਿਹਾ, ਇਹ ਧਰਤੀ ਧਰਮ ਦੇ ਸਿਰ ਤੇ ਖੜੀ ਹੈ। ਤੇ ਲੋਕਾਂ ਪੁੱਛਿਆ, ਬਾਬਾ ਧਰਮ ਨੂੰ ਜਨਮ ਕੌਣ ਦਿੰਦਾ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਦਇਆ। ਦਇਆ ਮਾਂ ਹੈ ਤੇ ਧਰਮ ਪੁੱਤਰ ਹੈ। ਇਹਦਾ ਮਤਲਬ ਜਿਹਦੇ 'ਚ ਦਇਆ ਹੋਵੇਗੀ ਉਹਦੇ 'ਚ ਧਰਮ ਹੋਵੇਗਾ, ਜਿਹਦੇ ਵਿੱਚ ਦਇਆ ਨਹੀਂ ਉਸ ਬੰਦੇ 'ਚ ਕਦੇ ਧਰਮ ਨਹੀਂ ਪੈਦਾ ਹੋ ਸਕਦਾ। ਅੱਜ ਮਾਣ ਨਾਲ ਕਹੀਏ, ਸਿਰ ਉੱਚਾ ਕਰਕੇ, ਸਿੱਖ ਘੱਟ ਗਿਣਤੀ ਨੇ ਹਿੰਦੁਸਤਾਨ ਦੇ ਅੰਦਰ, ਪਰ ਫੇਰ ਵੀ ਦੁਨੀਆ ਤੇ ਕੋਈ ਕੁਦਰਤੀ ਆਫਤ ਆਉਂਦੀ ਹੈ, ਕਿਤੇ ਭੁੱਖਮਾਰੀ, ਮਹਾਮਾਰੀ ਜਾਂ ਬਿਮਾਰੀ ਫੈਲਦੀ ਹੈ, ਕਿਤੇ ਭੁਚਾਲ ਜਾਂ ਹੜ੍ਹ ਆਉਂਦੇ ਨੇ, ਇਹ ਘੱਟ ਗਿਣਤੀ ਸਿੱਖ ਧੰਨ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦਇਆ ਤੇ ਧਰਮ ਨੂੰ ਨਿਭਾਉਂਦਿਆਂ ਹੋਇਆਂ ਉਸੇ ਧਰਤੀ ਤੇ ਲੰਗਰ ਦੇ ਬਰਤਨ ਲੈ ਕੇ ਪਹੁੰਚ ਜਾਂਦੇ ਹਨ। ਲੋਕਾਂ ਦੀ ਬਾਹ ਫੜਦੇ ਨੇ ਤੇ ਦੁਨੀਆ ਨੂੰ ਦੱਸਦੇ ਨੇ ਵੀ ਧਰਮ ਕੀ ਹੁੰਦਾ ਹੈ। ਕਰੋਨਾ ਕਾਲ ਵਿੱਚ ਟਰੰਪ ਨੂੰ ਬਿਆਨ ਦੇਣਾ ਪਿਆ, ਅਮਰੀਕਾ ਦੇ ਰਾਸ਼ਟਰਪਤੀ ਨੂੰ। ਉਹ ਕਹਿੰਦਾ ਅਮਰੀਕਾ ਦੇ ਵਿੱਚ ਚਰਚਾਂ ਬਹੁਤ ਨੇ, ਗੁਰਦੁਆਰੇ ਵੀ ਨੇ, ਪਰ ਕਹਿੰਦਾ ਜੇ ਕਿਤੇ ਮੇਰਾ ਇਕੱਲੇ ਦਾ ਵਸ ਚੱਲੇ, ਮੈਂ ਇਸ ਅਮਰੀਕਾ ਦੀ ਧਰਤੀ ਤੇ ਸਾਰੇ ਧਾਰਮਿਕ ਅਸਥਾਨਾਂ ਨੂੰ ਗੁਰਦੁਆਰਿਆਂ ਦੇ ਰੂਪ ਵਿੱਚ ਬਦਲ ਦਿਆਂ। ਕਿਸੇ ਨੇ ਪੁੱਛਿਆ ਵੀ ਕਾਰਨ, ਕਹਿੰਦਾ ਮੈਂ ਕਾਰਨ ਇੱਕੋ ਹੀ ਜਾਣਦਾ ਵਾਂ ਵੀ ਜਿਸ ਦਿਨ ਦੁਨੀਆ ਨੂੰ ਲੋੜ ਹੁੰਦੀ ਹੈ, ਇਹ ਗੁਰਦੁਆਰਿਆਂ ਦੀਆਂ ਗੋਲਕਾਂ ਦੇ ਸਾਧ ਸੰਗਤ ਜੀ ਜਿਹੜੇ ਮੂੰਹ ਨੇ ਉਹ ਗਰੀਬਾਂ ਵੱਲ ਨੂੰ ਘੁਮਾ ਦਿੰਦੇ ਹਨ। ਹੈ ਕੋਈ ਦੁਨੀਆ ਤੇ ਇਦਾਂ ਦੀ ਕੌਮ? ਤੇ ਕਰੀਏ ਵੀ ਕਿਉਂ ਨਾ, ਕਿਉਂਕਿ ਬਾਬੇ ਨੇ ਸਾਡੀਆਂ ਨੀਆਂ ਵਿੱਚ ਉਹਨਾਂ ਨੇ ਕਿਹਾ ਧਰਮ ਹੋਣਾ ਚਾਹੀਦਾ ਤੇ ਦਇਆ ਹੋਣੀ ਚਾਹੀਦੀ। ਮਹਾਰਾਜ ਨੇ ਕਿਹਾ ਪੰਡਤ ਜੀ ਤੇਰੇ 'ਚ ਦਇਆ ਨਹੀਂ, ਇਸ ਕਰਕੇ ਤੇਰਾ ਧਾਗਾ ਪ੍ਰਵਾਨ ਨਹੀਂ ਹੋਣਾ। ਦਇਆ ਹੁੰਦੀ ਮਰਦਾਨੇ ਨੂੰ ਸ਼ੂਦਰ ਨਾ ਕਹਿਨੋ, ਦਇਆ ਹੁੰਦੀ ਤੇ ਵੰਡੀਆਂ ਨਾ ਪਾਉਣੋ, ਇਹ ਔਰਤ ਹੈ ਤੇ ਇਹ ਮਰਦ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਇਹਦਾ ਮਤਲਬ ਤੇਰੇ 'ਚ ਦਇਆ ਨਹੀਂ, ਪਰ ਮੈਂ ਮਾਨ ਨਾਲ ਕਹਿੰਦਾ ਵੀ ਮੇਰੇ ਕੋਲ ਉਹ ਜਨੇਊ ਜ਼ਰੂਰ ਹੈ। ਫਿਰ ਦੂਜਾ ਬਚਨ ਕਿਹਾ ਦਇਆ ਕਪਾਹ ਸੰਤੋਖ ਸੂਤ। ਜੇ ਤੇਰੀ ਜ਼ਿੰਦਗੀ ਵਿੱਚ ਸੰਤੋਖ ਹੁੰਦਾ
ਤੂੰ ਧਰਮ ਦੇ ਨਾਂ ਤੇ ਲੋਕਾਂ ਨੂੰ ਠੱਗੀਆਂ ਮਾਰ ਮਾਰ ਕੇ ਗੁੰਮਰਾਹ ਨਾ ਕਰਦਾ, ਤੂੰ ਲੋਕਾਂ ਨੂੰ ਸ਼ਰਾਧਾਂ ਦੇ ਨਾਂ ਤੇ, ਵਰਤਾਂ ਦੇ ਨਾਂ ਤੇ, ਭਰਮਾਂ ਤੇ ਪਖੰਡਾਂ ਦੇ ਨਾਂ ਤੇ ਨਾ ਲੁੱਟਦਾ। ਇਹਦਾ ਮਤਲਬ ਤੇਰੀ ਜ਼ਿੰਦਗੀ 'ਚ ਸਕੂਨ ਨਹੀਂ, ਸੰਤੋਖ ਨਹੀਂ। ਪਰ ਆਹ ਵੇਖ ਤੇਰੇ ਸਾਹਮਣੇ ਸੰਤੋਖੀ ਬਾਬਾ ਬੈਠਾ ਹੈ। ਇਹ ਕਿਹਦੀ ਕਿਰਪਾ ਨਾਲ? ਰੱਬ ਦੀ ਕਿਰਪਾ ਨਾਲ। ਮੈਂ ਆਪਣੀ ਕੌਮ ਨੂੰ ਵੀ ਕਈ ਵਾਰ ਪੰਜਾਬ 'ਚ ਬੇਨਤੀ ਕਰਦਾ ਹੁੰਨਾ, ਮੈਨੂੰ ਜੰਮੂ ਬਾਰੇ ਬਹੁਤਾ ਪਤਾ ਨਹੀਂ, ਪਰ ਸਾਡੇ ਪੰਜਾਬ ਵਿੱਚ ਜਿਹੜੇ 50 ਕਿੱਲਿਆਂ ਦੇ ਮਾਲਕ ਨੇ, ਉਹ ਵੀ ਆਪਣੇ ਪੁੱਤਾਂ ਨੂੰ ਪੰਜਾਬ ਛੱਡ ਕੇ ਵਿਦੇਸ਼ਾਂ ਵੱਲ ਨੂੰ ਤੋਰ ਰਹੇ ਨੇ। ਅਮਰੀਕਾ 2 ਨੰਬਰ ਜਾਣਾ ਹੋਵੇ ਨਾ, 2 ਨੰਬਰ 'ਚ ਮੈਕਸੀਕੋ ਦੀ ਕੰਧ ਥਾਣੀ ਲੰਘਣ ਲਈ 50 ਲੱਖ ਰੁਪਈਆ ਲਗਭਗ ਕਹਿੰਦੇ ਲੱਗਦਾ ਹੈ। ਤੇ ਲੋਕ ਇੰਨਾ ਰਿਸਕ ਲੈ ਲੈ ਕੇ ਬੱਚਿਆਂ ਨੂੰ ਬਾਹਰ ਤੋਰੀ ਜਾ ਰਹੇ ਨੇ। ਪਰ ਯਾਦ ਰੱਖਣਾ, ਜਿਹਦਾ ਨਹੀਂ ਸਰਦਾ ਉਹ ਜਾਵੇ, ਵੱਖਰੀ ਗੱਲ ਹੈ। ਪਰ ਜਿਹਦਾ ਸਰਦਾ, ਜਿਹਨੂੰ ਬਾਬੇ ਨਾਨਕ ਨੇ ਬਖਸ਼ਿਸ਼ਾਂ ਦੇ ਕੇ ਨਵਾਜਿਆ, ਜਿਹਦੇ ਕੋਲ ਕਿਰਤ ਵੀ ਚੰਗੀ ਸੱਚੀ ਤੇ ਸੁੱਚੀ ਹੈ, ਜਿਹਦੇ ਕੋਲ ਜ਼ਮੀਨ ਜਾਇਦਾਦ ਦੀ ਵੀ ਕਮੀ ਨਹੀਂ, ਅੱਜ ਵੇਨਿਆ ਸੰਤੋਖ ਨਾ ਹੋਣ ਕਰਕੇ ਉਹ ਵੀ ਆਪਣੇ ਬੱਚਿਆਂ ਨੂੰ ਧੜਾ ਧੜ ਵਿਦੇਸ਼ਾਂ ਦੀ ਧਰਤੀ ਵੱਲ ਤੋਰ ਰਹੇ ਹਨ। ਮੈਂ ਇੱਕ ਬੇਨਤੀ ਕਰਾਂਗਾ ਸਾਧ ਸੰਗਤ, ਇਹ ਧਰਤੀ ਸਾਡੇ ਗੁਰੂਆਂ ਨੇ ਵਸਾਈ। ਇਸ ਧਰਤੀ ਵਰਗੀ ਦੁਨੀਆ ਤੇ ਕਿਤੇ ਧਰਤੀ ਨਹੀਂ। ਖੈਰ, ਮੇਰਾ ਅੱਜ ਇਹ ਵਿਸ਼ਾ ਨਹੀਂ। ਮਹਾਰਾਜ ਨੇ ਕਿਹਾ ਜ਼ਿੰਦਗੀ 'ਚ ਸੰਤੋਖ ਹੋਵੇ, ਬੰਦਾ ਭਟਕਦਾ ਨਹੀਂ, ਤੇ ਸੰਤੋਖੀ ਬੰਦਾ ਹੀ ਰੱਬ ਦੇ ਸ਼ੁਕਰ ਵਿੱਚ ਰਹਿ ਸਕਦਾ ਹੈ। ਇਸ ਕਰਕੇ ਮੈਨੂੰ ਉਹ ਸੂਤ ਚਾਹੀਦਾ ਹੈ ਜਿਹਦੇ ਵਿੱਚ ਸੰਤੋਖ ਹੋਵੇ। ਫਿਰ ਤੀਜਾ ਬਚਨ ਕਿਹਾ, ਕਹਿਣ ਲੱਗੇ ਜਤ ਗੰਢੀ 7 ਵੱਟ, ਗੰਢਾਂ ਉੱਚੇ ਸੁੱਚੇ ਆਚਰਨ ਦੀਆਂ, ਤੇ ਵੱਟ ਉਸ ਧਾਗੇ ਨੂੰ ਸੱਚ ਦਾ ਹੋਵੇ। ਜਦੋਂ ਇਹ 4 ਚੀਜ਼ਾਂ ਮੰਗੀਆਂ, ਦਇਆ ਮੰਗੀ, ਉੱਚਾ ਸੁੱਚਾ ਆਚਰਨ ਮੰਗਿਆ, ਸੰਤੋਖ ਮੰਗਿਆ, ਸੱਚ ਮੰਗਿਆ, ਤੇ ਜਿਹੜਾ ਬੰਦਾ ਆਪ ਸੱਚ ਤੇ ਨਹੀਂ ਸੀ ਖੜਾ, ਉਹ ਬਾਹਾਂ ਖੜੀਆਂ ਕਰਕੇ ਕਹਿੰਦਾ ਬਾਬਾ ਇਹੋ ਜਿਹਾ ਜਨੇਊ ਮੇਰੇ ਕੋਲ ਹੈ ਕੋਈ ਨਹੀਂ। ਗੁਰੂ ਸਾਹਿਬ ਨੇ ਕਿਹਾ ਸਾਡੇ ਕੋਲ ਹੈ। ਫਿਰ ਮਹਾਰਾਜ ਨੇ ਇਹ ਬਾਣੀ ਲਿਖੀ ਕਿ ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਮੇਰੇ ਮਿੰਟ ਰਹਿ ਗਏ ਨੇ 14, ਪਰ ਮੈਂ ਇੱਕ ਬੇਨਤੀ ਜ਼ਰੂਰ ਕਰਨੀ। ਹੌਲੀ ਹੌਲੀ ਮੈਂ ਕਰਤਾਰਪੁਰ ਤੱਕ ਤੁਹਾਨੂੰ ਲੈ ਕੇ ਆਉਣਾ। ਹਜੂਰ ਇੱਥੋਂ ਸੁਲਤਾਨਪੁਰ ਗਏ। ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਦਾਸੀਆਂ ਦੀ ਸ਼ੁਰੂਆਤ ਕੀਤੀ, ਧਰਮ ਦਾ ਪ੍ਰਚਾਰ ਕੀਤਾ। ਸੜ ਰਹੀ ਬਲ ਰਹੀ ਲਕਾਈ ਨੂੰ ਸੱਚ ਨਾਲ ਜੋੜਿਆ। ਤੇ ਜਿੱਦਣ ਬਾਬਾ ਸਾਰੀਆਂ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਦੀ ਧਰਤੀ ਤੇ ਆਇਆ, ਤੇ 18 ਸਾਲ ਇਸ ਬਾਬੇ ਨੇ ਆਪਣੇ ਹੱਥਾਂ ਨਾਲ ਖੇਤੀ ਕੀਤੀ। ਵੇਖੋ ਸਾਧ ਸੰਗਤ, 3 ਸਿਧਾਂਤ ਗੁਰੂ ਨਾਨਕ ਸਾਹਿਬ ਦੇ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਨਾਮ ਨੂੰ ਦੂਜੇ ਨੰਬਰ ਤੇ ਰੱਖਿਆ, ਪਰ ਕਿਰਤ ਨੂੰ ਪਹਿਲੇ ਨੰਬਰ ਤੇ ਰੱਖਿਆ। ਅੱਜ ਹੈ ਕੋਈ ਦੁਨੀਆ ਤੇ ਬਾਬਾ? ਇੱਧਰ ਗਰਮੀ ਸ਼ੁਰੂ ਹੁੰਦੀ ਹੈ ਤੇ ਬਾਬੇ ਚੇਲਿਆਂ ਸਮੇਤ ਦੂਜੇ ਦੇਸ਼ਾਂ 'ਚ ਤੁਰ ਜਾਂਦੇ ਵੀ ਪ੍ਰਚਾਰ ਕਰਨ ਚੱਲੇ ਆ। ਯਾਦ ਰੱਖਣਾ, ਕਿਰਤ ਤੋਂ ਬਾਗੀ ਹੈ ਸਾਡਾ ਸਮਾਜ, ਪਰ ਦੁਨੀਆ ਦਾ ਇੱਕੋ ਹੀ ਇੱਕ ਬਾਬਾ ਜਿਨਨੇ ਕਿਰਤ ਦਾ ਸੁਨੇਹਾ ਦਿੱਤਾ ਤੇ 18 ਸਾਲ ਕਰਤਾਰਪੁਰ ਦੀ ਧਰਤੀ ਤੇ ਹੱਥੀਂ ਕਿਰਤ ਕੀਤੀ। ਇਦਾਂ ਦਾ ਬਾਬਾ ਹੈ ਕੋਈ ਦੁਨੀਆ ਤੇ? ਐਵੇਂ ਨਹੀਂ ਭਾਈ ਗੁਰਦਾਸ ਨੇ ਵਾਰ-ਵਾਰ ਬਾਬਾ ਸ਼ਬਦ ਵਰਤਿਆ। ਸਾਧ ਸੰਗਤ, ਅੱਜ ਬਾਬਾ ਕਰਤਾਰਪੁਰ ਦੀ ਧਰਤੀ ਤੇ ਆਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਆਪਣੇ ਖੇਤਾਂ ਚੋਂ ਨਦੀਨ ਕੱਢ ਰਹੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ। ਉਧਰੋਂ ਭਾਈ ਲੈਣਾ, ਜਿਨਨੇ ਭਾਈ ਜੋਧ ਜੀ ਕੋਲੋਂ ਗੁਰੂ ਕੀ ਬਾਣੀ ਸੁਣੀ, ਤੇ ਬਾਣੀ ਸੁਣਨ ਤੋਂ ਬਾਅਦ ਉਹ ਬਾਬੇ ਨਾਨਕ ਨੂੰ ਮਿਲਣਾ ਚਾਹੁੰਦਾ ਹੈ। ਸੰਗ ਲੈ ਕੇ ਆਇਆ, ਘੋੜੀ ਤੇ ਸਵਾਰ ਹੈ ਭਾਈ ਲੈਣਾ। ਤੇ ਪੁਰਾਣੇ ਗ੍ਰੰਥਾਂ ਵਿੱਚ ਲਿਖਿਆ ਮਿਲਦਾ ਹੈ, ਲੈਣਾ ਜੀ ਕੋ ਦਰਸ਼ਨ ਵਹਾਂ ਦੇਵੀ ਕਾ ਭਇਆ, ਲੈਣਾ ਜੀ ਰਹੇ ਸਾਥ ਸੰਗ ਉੱਠ ਗਿਆ। ਵੀ ਜਿਹੜੇ ਨਾਲ ਦੇ ਸੰਗ ਵਾਲੇ ਸੀ ਨਾ, ਉਹ ਸਾਰੇ ਉੱਠ ਕੇ ਚਲੇ ਗਏ, ਪਰ ਭਾਈ ਲੈਣੇ ਦੇ ਅੰਦਰ ਤੜਫ ਸੀ ਵੀ ਮੈਂ ਬਾਬੇ ਨਾਨਕ ਨੂੰ ਮਿਲਣ ਤੋਂ ਬਿਨਾ ਨਹੀਂ ਜਾਣਾ। ਮਹਾਰਾਜ ਖੇਤਾਂ ਚੋਂ ਨਦੀਨ ਕੱਢ ਰਹੇ ਨੇ ਤੇ ਭਾਈ ਲੈਣਾ ਘੋੜੀ ਤੇ ਸਵਾਰ ਹੈ। ਭਾਈ ਲੈਣੇ ਨੇ ਆਵਾਜ਼ ਦੇ ਕੇ ਕਿਹਾ, ਬਾਬਾ ਪਛਾਣਿਆ ਨਹੀਂ ਨਾ? ਜਨਮ ਸਾਖੀ ਦੇ ਬੋਲ ਨੇ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਕਹਿਣ ਲੱਗਾ, ਬਾਬਾ ਇੱਥੇ ਨਾਨਕ ਦੀ ਧਰਮਸ਼ਾਲ ਕਿੱਥੇ ਹੈ? ਮਹਾਰਾਜ ਨੇ ਆਪਣਾ ਚੰਦ ਵਰਗਾ ਮੁਖੜਾ ਉੱਪਰ ਚੱਕਿਆ। ਜਿਹੜੇ ਤੁਸੀਂ ਆਪਣੇ ਖੇਤਾਂ 'ਚ ਕਿਸਾਨ ਖੇਤੀ ਕਰਦੇ ਹੋ, ਸਾਨੂੰ ਪਤਾ ਹੈ ਖੇਤੀਬਾੜੀ ਨਾਲ ਸੰਬੰਧ ਰੱਖਣ ਵਾਲਿਆਂ ਨੂੰ, ਕਿ ਜਦੋਂ ਪੈਲੀ ਦੇ ਵਿੱਚੋਂ ਨਦੀਨ ਕੱਢੀਏ ਤੇ ਬੰਦਾ ਨੀਵੇਂ ਲੱਕ ਹੋ ਕੇ ਕੰਮ ਕਰਦਾ ਹੈ। ਬਾਬੇ ਦੇ ਕੰਨਾਂ ਵਿੱਚ ਬੋਲ ਪਏ ਕਿ ਬਾਬਾ ਨਾਨਕ ਦੀ ਧਰਮਸ਼ਾਲ ਕਿੱਥੇ ਹੈ? ਮਹਾਰਾਜ ਨੇ ਆਪਣਾ ਚੰਦ ਵਰਗਾ ਮੁਖੜਾ ਉੱਪਰ ਚੁੱਕਿਆ ਤੇ ਇੱਕ ਸ਼ਬਦ ਕਿਹਾ। ਕਹਿਣ ਲੱਗੇ, ਜਵਾਨਾ ਰਾਹ ਹੀ ਪੁੱਛਦਾ ਜਾਂ ਸੱਚਮੁੱਚ ਮੰਜ਼ਿਲ ਤੇ ਜਾਣਾ ਹੈ? ਜਵਾਨ ਸ਼ਬਦ ਤਾਂ ਕਿਹਾ ਕਿ ਲੈਣੇ ਦੀ ਉਮਰ ਸੀ 28 ਸਾਲ।
ਤੇ ਬਾਬੇ ਨਾਨਕ ਦੀ ਸਰੀਰਕ ਉਮਰ ਸੀ ਉਦੋਂ 63 ਸਾਲ। ਔਰ ਸਾਧ ਸੰਗਤ ਅੱਜ ਪਹਿਲੀ ਵਾਰ ਦੋਵਾਂ ਦਾ ਮਿਲਾਪ ਹੋਣ ਲੱਗਾ ਹੈ। ਪਛਾਣਿਆ ਨਹੀਂ ਵੀ ਇਹੀ ਗੁਰੂ ਨਾਨਕ ਹੈ। ਮਹਾਰਾਜ ਕਹਿਣ ਲੱਗੇ ਲੈਣਿਆ ਸੱਚਮੁੱਚ ਦੱਸ ਕਿ ਤੂੰ ਇਸ ਸੰਸਾਰ ਦੇ ਉੱਤੇ ਰਾਹ ਹੀ ਪੁੱਛਦਾ ਪਿਆ ਹੈ ਜਾਂ ਸੱਚਮੁੱਚ ਉਸ ਧਰਤੀ ਤੇ ਜਾਣਾ ਹੈ। ਉਹਨੇ ਬੜੇ ਪਿਆਰ ਨਾਲ ਜਵਾਬ ਦਿੱਤਾ, ਕਹਿਣ ਲੱਗਾ ਬਾਬਾ ਮੈਂ ਗੱਲ ਨਹੀਂ ਸਮਝਿਆ। ਮਹਾਰਾਜ ਨੇ ਕਿਹਾ ਇਸ ਦੁਨੀਆ ਤੇ ਦੋ ਤਰ੍ਹਾਂ ਦੇ ਮਨੁੱਖ ਨੇ ਜਵਾਨਾ, ਇੱਕ ਉਹ ਜਿਹੜੇ ਸਾਰੀ ਉਮਰ ਧਰਮ ਦੀਆਂ ਗੱਲਾਂ ਹੀ ਕਰਦੇ ਰਹਿੰਦੇ ਨੇ, ਰਾਹ ਹੀ ਪੁੱਛਦੇ ਰਹਿੰਦੇ ਨੇ, ਵਾਦ ਵਿਵਾਦ ਹੀ ਕਰਦੇ ਰਹਿੰਦੇ ਨੇ, ਅੰਦਰ ਕੁਛ ਨਹੀਂ ਹੁੰਦਾ। ਇੱਕ ਉਹ ਨੇ ਜਿਹੜੇ ਬੋਲਦੇ ਘੱਟ ਨੇ ਪਰ ਚੁੱਪ ਚੁਪੀਤੇ ਮੰਜ਼ਿਲ ਤੇ ਪਹੁੰਚ ਜਾਂਦੇ ਹਨ। ਹੱਥ ਜੋੜ ਕੇ ਕਹਿੰਦਾ ਬਾਬਾ ਸੱਚਮੁੱਚ ਮੈਂ ਮੰਜ਼ਿਲ ਤੇ ਪਹੁੰਚਣ ਲਈ ਆਇਆ ਔਰ ਉਸ ਤੜਫ ਨੇ ਮੇਰੇ ਅੰਦਰ ਇੱਕ ਇਦਾਂ ਦੀ ਪ੍ਰੇਰਨਾ ਬਖਸ਼ੀ ਹੈ। ਜਦੋਂ ਤੋਂ ਮੈਂ ਉਸ ਬਾਬੇ ਦੀ ਬਾਣੀ ਸੁਣੀ ਮਨ ਨੂੰ ਟਿਕਾ ਨਹੀਂ ਮਿਲ ਰਿਹਾ। ਮਨ ਚਾਹੁੰਦਾ ਵੀ ਮੈਂ ਉੱਡ ਕੇ ਉਸ ਬਾਬੇ ਦੀ ਧਰਮਸ਼ਾਲ ਵਿੱਚ ਚਲਾ ਜਾਵਾਂ। ਹਜੂਰ ਨੇ ਕਿਹਾ ਫਿਰ ਤੈਨੂੰ ਘੋੜੀ ਤੋਂ ਉਤਰਨ ਦੀ ਜ਼ਰੂਰਤ ਨਹੀਂ। ਮਹਾਰਾਜ ਕਹਿੰਦੇ ਵੀ ਘੋੜੀ ਦੀ ਲਗਾਮ ਸਾਡੇ ਹੱਥ ਵਿੱਚ ਦੇ, ਤੂੰ ਘੋੜੀ ਤੇ ਚੜਿਆ ਰਹਿ। ਮਹਾਰਾਜ ਅਗਲਵਾਂਢੀ ਹੋ ਕੇ ਭਾਈ ਲਹਿਣੇ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਧਰਮਸ਼ਾਲ ਤੱਕ ਲੈ ਆਏ। ਲਹਿਣਾ ਜੀ ਘੋੜੀ ਤੋਂ ਉਤਰੇ, ਸੰਗਤ ਵਿੱਚ ਜਾ ਕੇ ਬੈਠੇ। ਜਿਵੇਂ ਅੱਜ ਗੁਰੂ ਗ੍ਰੰਥ ਸਾਹਿਬ ਤਖਤ ਤੇ ਸੋਭਾ ਪਾ ਰਹੇ ਨੇ, ਕਿਉਂਕਿ ਤਖਤ ਗੁਰੂ ਲਈ ਬਣਿਆ ਹੈ, ਇਹ ਚੌਰ ਗੁਰੂ ਲਈ ਬਣਿਆ ਹੈ ਔਰ ਛਤਰ ਗੁਰੂ ਲਈ ਬਣਿਆ ਹੈ। ਬਾਣੀ ਦਾ ਬਚਨ ਹੈ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨੇਚਲ ਚੌਰ ਛਤ। ਵੀ ਇਹ ਉਹ ਤਖਤ ਹੈ ਜਿਹੜਾ ਹਿੱਲਦਾ ਨਹੀਂ ਤੇ ਇਹ ਉਹ ਤਖਤ ਹੈ ਜਿਹਦੇ ਤੇ ਸੱਚਮੁੱਚ ਸਦੀਵੀ ਤੌਰ ਤੇ ਚੌਰ ਹੁੰਦਾ ਹੈ। ਅੱਜ ਕੱਲ ਕਈ ਚੇਲੇ ਆਪਣੇ ਮਰੇ ਬਾਬਿਆਂ ਤੇ ਚੌਰ ਕਰਦੇ, ਮਾਫ ਕਰਨਾ। ਸਾਧ ਸੰਗਤ ਸਰੀਰ ਆਵੇਗਾ, ਸਰੀਰ ਚਲਾ ਜਾਵੇਗਾ। ਇਹ ਸਰੀਰ ਦੁਨੀਆ ਤੇ ਸਦੀਵ ਨਹੀਂ ਰਹਿਣਾ, ਪਰ ਜੇ ਕੋਈ ਦੁਨੀਆ ਤੇ ਤਖਤਾਂ ਤੇ ਚਵਰਾਂ ਦਾ ਮਾਲਕ ਹੈ ਉਹ ਕੇਵਲ ਤੇ ਕੇਵਲ ਸ਼ਬਦ ਹੈ। ਤੇ ਅੱਜ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇਸ ਕਰਕੇ ਮਹਾਰਾਜ ਨੇ ਲਿਆ ਕੇ ਜਦੋਂ ਘੋੜੀ ਧਰਮਸ਼ਾਲ ਦੇ ਬਾਹਰ ਖਿਲਾਰੀ, ਭਾਈ ਲਹਿਣਾ ਜੀ ਆਏ ਤੇ ਉਹ ਸੰਗਤ ਵਿੱਚ ਬਹਿ ਗਏ। ਸਾਧ ਸੰਗਤ ਇੰਨੇ ਚਿਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆ ਕੇ ਆਪਣੇ ਤਖਤ ਤੇ ਬਰਾਜੇ। ਲਹਿਣੇ ਨੇ ਵੇਖਿਆ ਇਹ ਤਾਂ ਉਹੀ ਬਾਬਾ ਹੈ ਜਿਹੜਾ ਬਾਬਾ ਮੇਰੀ ਘੋੜੀ ਦੀ ਲਗਾਮ ਫੜ ਕੇ ਮੈਨੂੰ ਇਸ ਧਰਤੀ ਤੱਕ ਲੈ ਕੇ ਆਇਆ। ਉੱਠ ਖਲੋਤਾ, ਅੱਖਾਂ ਵਿੱਚ ਹੰਝੂ ਨੇ, ਬੜੇ ਪਿਆਰ ਨਾਲ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ, ਮੈਨੂੰ ਮਾਫ ਕਰ ਦਿਓ। ਹਜ਼ੂਰ ਕਹਿਣ ਲੱਗੇ ਲੈਣਿਆ ਮਾਫੀ ਕਾਦੀ? ਕਹਿੰਦਾ ਮਹਾਰਾਜ ਅਵੱਗਿਆ ਕੀਤੀ ਹੈ ਕਿ ਗੁਰੂ ਪਰਮੇਸ਼ਰ ਮੇਰੇ ਘੋੜੇ ਦੀ ਲਗਾਮ ਫੜ ਕੇ ਅੱਗੇ ਤੁਰੇ ਤੇ ਮੈਂ ਆਮ ਸਿੱਖ, ਮੈਂ ਇਸ ਘੋੜੀ ਤੇ ਚੜ ਕੇ ਸਵਾਰ ਹੋ ਕੇ ਨਾਲ ਨਾਲ ਆਵਾਂ। ਸੱਚੇ ਪਾਤਸ਼ਾਹ ਕਹਿਣ ਲੱਗੇ ਲੈਣਿਆ ਤੂੰ ਲੈਣਾ ਏ ਤੇ ਅਸੀਂ ਦੇਣਾ ਏ, ਇਸ ਕਰਕੇ ਲੈਣ ਵਾਲੇ ਹਮੇਸ਼ਾ ਘੋੜਿਆਂ ਤੇ ਚੜ ਕੇ ਹੀ ਆਇਆ ਕਰਦੇ ਹਨ। ਦੂਜਾ ਬਚਨ ਮਹਾਰਾਜ ਨੇ ਬੜਾ ਕਮਾਲ ਦਾ ਕਿਹਾ, ਇਹ ਜਨਮ ਸਾਖੀ ਦੇ ਬੋਲ ਨੇ, ਮੇਰੇ ਨਹੀਂ। ਮਹਾਰਾਜ ਕਹਿਣ ਲੱਗੇ ਲੈਣਿਆ ਤੂੰ ਘੋੜੀ ਦੀ ਲਗਾਮ ਸਾਡੇ ਹੱਥ ਵਿੱਚ ਦਿੱਤੀ, ਤੈਨੂੰ ਅਸੀਂ ਗੁਰੂ ਨਾਲ ਮਿਲਾ ਦਿੱਤਾ। ਐਸ ਸੰਗਤ ਵਿੱਚ ਵਾਅਦਾ ਕਰਦੇ ਆ ਜਿਸ ਦਿਨ ਮਨ ਦੀ ਲਗਾਮ ਸਾਡੇ ਹੱਥ ਵਿੱਚ ਦਵੇਂਗਾ ਤੈਨੂੰ ਇਸੇ ਕਰਤਾਰਪੁਰ ਦੀ ਧਰਤੀ ਤੋਂ ਨਿਰੰਕਾਰ ਦਾ ਰੂਪ ਬਣਾ ਕੇ ਤੋਰ ਦਿਆਂਗੇ। ਸਾਧ ਸੰਗਤ ਸੱਚਮੁੱਚ ਹੀ ਫਿਰ 1532 ਤੋਂ ਲੈ ਕੇ ਤੇ 1539 ਤੱਕ 7 ਸਾਲ ਭਾਈ ਲਹਿਣੇ ਨੇ ਕਰਤਾਰਪੁਰ ਲਾਏ। 18 ਸਾਲ ਬਾਬਾ ਕਰਤਾਰਪੁਰ ਰਿਹਾ। ਇੱਕ ਇੱਕ ਘਟਨਾ ਕਿਆ ਕਮਾਲ ਦੀ ਘਟਨਾ ਹੈ। ਅੱਜ ਅਸੀਂ ਕਈ ਵਾਰ ਜਨਮ ਸਾਖੀਆਂ ਨੂੰ ਰੱਦ ਕਰਦੇ ਹਾਂ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ ਕਿਤੇ ਸਾਖੀ ਪੜ੍ਹ ਕੇ ਵੇਖੋ, ਸਾਖੀਕਾਰ ਕਿੱਡੇ ਪਿਆਰ ਵਿੱਚ ਸਾਨੂੰ ਲੈ ਜਾਂਦਾ ਹੈ। ਇੱਕ ਹੈ ਸਾਖੀ ਦਾ ਅਰਥ, ਇੱਕ ਹੁੰਦਾ ਹੈ ਭਾਵ ਅਰਥ। ਹੁਣ ਅਰਥ ਹੈ ਦੁਨਿਆਵੀ ਅੱਖ ਨਾਲ ਪੜ੍ਹਨਾ ਤੇ ਭਾਵ ਅਰਥ ਹੈ ਉਹਨੂੰ ਅੰਤਰੀਵ ਤੌਰ ਤੇ ਪੜ੍ਹਨਾ। ਜਿਵੇਂ ਇੱਕ ਵਾਰ ਮਹਾਰਾਜ ਨੇ ਕਿਹਾ ਸੀ ਲੈਣਿਆ ਕੰਧ ਬਣਾ, ਮੀਂਹ ਪਿਆ ਤੇ ਕੱਚੀ ਕੰਧ ਧਰਮਸ਼ਾਲ ਦੀ ਡਿੱਗ ਪਈ। ਉਹਨੇ ਕੰਧ ਬਣਾਈ, ਬੜੀ ਸੋਹਣੀ ਬੜੀ ਪਿਆਰੀ ਬਣੀ। ਮਹਾਰਾਜ ਕਹਿਣ ਲੱਗੇ ਢਾ ਦੇ, ਉਹਨੇ ਢਾ ਦਿੱਤੀ। ਹਜੂਰ ਕਹਿੰਦੇ ਫੇਰ ਬਣਾਈ, ਢਾ ਦੇ, ਢਾ ਦਿੱਤੀ। ਕਈ ਵਾਰ ਇਦਾਂ ਹੋਇਆ, ਪਰ ਇੱਕ ਵਾਰ ਵੀ ਭਾਈ ਲਹਿਣੇ ਨੇ ਇਹ ਨਹੀਂ ਕਿਹਾ ਕਿ ਮਹਾਰਾਜ ਸੱਚੇ ਪਾਤਸ਼ਾਹ ਚੰਗੀ ਭਲੀ ਤਾਂ ਬਣੀ ਹੈ, ਇਹਨੂੰ ਦੁਬਾਰਾ ਢਾਉਣ ਦੀ ਕੀ ਲੋੜ। ਹੁਣ ਇੱਥੇ ਸਾਖੀ ਤਾਂ ਇੰਨੀ ਹੈ, ਜਿਹੜਾ ਦੁਨਿਆਵੀ ਅੱਖ ਨਾਲ ਪੜ੍ਹੇਗਾ ਉਹ ਕਹੇਗਾ ਇਹਦੇ ਚੋਂ ਸਿੱਖਿਆ ਕੀ ਮਿਲੀ। ਪਰ ਜਦੋਂ ਭਾਵ ਅਰਥਾਂ ਨੂੰ ਪੜੋਗੇ, ਬਾਬਾ ਨਾਨਕ ਭਾਈ ਲਹਿਣੇ ਨੂੰ ਇਹ ਸਮਝਾਉਣਾ ਚਾਹੁੰਦਾ ਹੈ ਕਿ ਲਹਿਣਿਆ ਜੇ ਸਿੱਖੀ ਦਾ ਮਹਿਲ ਉਸਾਰਨਾ ਹੈ ਤੇ ਵੇਖੀ ਰਸਤੇ 'ਚ ਮੁਸ਼ਕਲਾਂ ਬੜੀਆਂ ਆਉਣਗੀਆਂ,
ਜਿਹੜਾ ਬੰਦਾ ਮੁਸ਼ਕਲ ਵੇਖ ਕੇ ਘਬਰਾ ਜਾਵੇ ਉਹ ਬਾਬੇ ਨਾਨਕ ਦਾ ਸਿੱਖ ਨਹੀਂ ਬਣ ਸਕਦਾ। ਅੱਜ ਵੀ ਆਪਾਂ ਵੇਖਦੇ ਹਾਂ ਕਿ ਜਦੋਂ ਆਪਾਂ ਗ੍ਰਸਤੀ ਸੰਸਾਰ 'ਚ ਵਿਚਰਦੇ ਹਾਂ, ਆਪਣੇ ਘਰ ਪਰਿਵਾਰ 'ਚ ਗੁਜ਼ਰਦੇ ਹਾਂ, ਤੇ ਕਈ ਵਾਰ ਨਿੱਕੀਆਂ ਮੋਟੀਆਂ ਪ੍ਰੋਬਲਮਾਂ ਆਉਂਦੀਆਂ ਨੇ। ਜਿਹੜਾ ਤੇ ਹੋਵੇ ਗੁਰੂ ਦਾ ਪੱਕਾ ਸਿੱਖ, ਉਹ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਗਲ 'ਚ ਪੱਲਾ ਪਾ ਕੇ ਗੁਰੂ ਅੱਗੇ ਬੇਨਤੀ ਕਰੇਗਾ, ਮਹਾਰਾਜ ਮੇਰਾ ਕਸ਼ਟ ਕੱਟ ਦਿਓ। ਤੇ ਗੁਰੂ ਇੰਨਾ ਸਮਰੱਥ ਹੈ ਕਿ ਉਹ ਸੱਚਮੁੱਚ ਹੀ ਦੁਨੀਆ ਤੇ ਜਨਮਾਂ ਜਨਮਾਂਤਰਾਂ ਦੇ ਕਸ਼ਟ ਕੱਟ ਦਿੰਦਾ ਹੈ। ਪਰ ਜਿਹਦੇ ਅੰਦਰ ਅਡੋਲਤਾ ਨਾ ਹੋਈ ਤੇ ਸੱਚਮੁੱਚ ਜਿਹੜਾ ਡੋਲ ਗਿਆ, ਉਹ ਜਾਵੇਗਾ ਪਖੰਡੀ ਬਾਬਿਆਂ ਕੋਲ, ਉਹ ਜਾਵੇਗਾ ਦੇਹਧਾਰੀ ਗੁਰੂਆਂ ਕੋਲ, ਉਹ ਜਾਵੇਗਾ ਉਹ ਜਿਹੜਾ ਬਾਬਾ ਇੱਕ ਬਗੇਸ਼ਵਰ ਧਾਮ ਵਾਲਾ ਨਵਾਂ ਆਇਆ ਅੱਜ ਕੱਲ ਸੋਸ਼ਲ ਮੀਡੀਆ ਤੇ, ਵੇਖੋ ਕਿਵੇਂ ਪੱਗਾਂ ਬੰਨ ਕੇ ਕਈ ਸਰਦਾਰ ਉਹਦੇ ਦਰਬਾਰ 'ਚ ਜਾ ਕੇ ਬਹਿੰਦੇ। ਇਹਦਾ ਮਤਲਬ ਕੀ ਹੈ ਕਿ ਮਹਾਰਾਜ ਨੇ ਕਿਹਾ ਮੁਸ਼ਕਲ ਵੇਖ ਕੇ ਘਬਰਾਉਣਾ ਨਹੀਂ, ਤੇ ਜਿਹੜਾ ਮੁਸ਼ਕਲ ਵੇਖ ਕੇ ਘਬਰਾ ਜਾਵੇ ਉਹ ਬਾਬੇ ਨਾਨਕ ਦਾ ਸਿੱਖ ਨਹੀਂ ਬਣ ਸਕਦਾ। ਇੱਕ ਬੜੀ ਕਮਾਲ ਦੀ ਘਟਨਾ ਹੋਰ ਮੈਂ ਆਪਣੇ ਸਮੇਂ 'ਚ ਕਵਾਂ। ਮਹਾਰਾਜ ਨੇ ਝੋਨੇ 'ਚੋਂ ਲਿੱਦੜ ਕੱਢ ਕੇ ਪਾਸੇ ਰੱਖ ਲਿਆ। ਹੁਣ ਅਸੀਂ ਪੰਜਾਬ ਦੇ ਪਿੰਡਾਂ 'ਚ ਰਹਿਣ ਵਾਲੇ ਲਿੱਦੜ ਸ਼ਬਦ ਨੂੰ ਸਮਝਦੇ ਹਾਂ ਕਿ ਜਦੋਂ ਨਦੀਨ ਕੱਢੀਦਾ ਤੇ ਜੇ ਝੋਨੇ ਦਾ ਨਦੀਨ ਚਿੱਕੜ ਨਾਲ ਭਰਿਆ ਹੋਵੇ ਉਹਨੂੰ ਅਸੀਂ ਪੰਜਾਬੀ ਵਿੱਚ ਲਿੱਦੜ ਕਹਿੰਦੇ ਆ। ਪਰ ਸ਼ਹਿਰ ਦੇ ਵਿੱਚ ਬੱਚੇ ਛੇਤੀ ਇਹ ਸ਼ਬਦ ਨੂੰ ਸਮਝਦੇ ਨਹੀਂ। ਖੈਰ, ਚਿੱਕੜ ਨਾਲ ਭਰੀ ਪੰਡ ਸੀ। ਜਦੋਂ ਸਾਰੀਆਂ ਪ੍ਰੀਖਿਆਵਾਂ ਗੁਰੂ ਨਾਨਕ ਨੇ ਲੈ ਲਈਆਂ ਨਾ ਸਾਧ ਸੰਗਤ, ਉਹਦੇ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਦਿਨ ਕਿਹਾ, ਕਹਿਣ ਲੱਗੇ ਲੈਣਿਆ ਆ ਚਿੱਕੜ ਨਾਲ ਭਰੀ ਪੰਡ ਸਿਰ ਤੇ ਚੁੱਕ ਤੇ ਧਰਮਸ਼ਾਲ ਦੇ ਬਾਹਰ ਜਾ ਕੇ ਸਿੱਟ ਦੇ। ਉਹਨੇ 7 ਬਚਨ ਕਹਿ ਕੇ ਪੰਡ ਚੁੱਕੀ, ਪਰਵਾਹ ਨਹੀਂ ਕੀਤੀ। ਕਈਆਂ ਨੇ ਕਿਹਾ ਸੀ ਮਹਾਰਾਜ ਅਸੀਂ ਪੰਡ ਕਿਉਂ ਚੁੱਕੀਏ, ਬਸਤਰ ਖਰਾਬ ਹੋ ਜਾਣਗੇ, ਸਾਡੇ ਬਸਤਰ ਬੜੇ ਸੋਹਣੇ ਨੇ। ਪਰ ਜਿੱਦਣ ਲੈਣੇ ਨੇ ਜਾ ਕੇ ਪੰਡ ਸਿੱਟੀ ਨਾ, ਇੰਨੇ ਚਿਰ ਨੂੰ ਅੰਦਰੋਂ ਧਰਮਸ਼ਾਲ ਚੋਂ ਇੱਕ ਸਿੱਖ ਆਇਆ। ਉਹਨੇ ਕਰਤਾਰਪੁਰ ਦੀ ਧਰਤੀ ਤੇ ਬਾਬੇ ਨਾਨਕ ਨੂੰ ਬੇਨਤੀ ਕਰਕੇ ਕਿਹਾ, ਮਹਾਰਾਜ ਲੈਣੇ ਦੇ ਬਸਤਰ ਬੜੇ ਸੋਹਣੇ ਸਨ, ਪਰ ਇਹ ਚਿੱਕੜ ਦੀ ਪੰਡ ਚੁੱਕਣ ਕਰਕੇ ਇਹਦੇ ਬਸਤਰ ਖਰਾਬ ਹੋ ਗਏ ਨੇ। ਇਹ ਪੰਡ ਕੋਈ ਹੋਰ ਵੀ ਚੁੱਕ ਸਕਦਾ ਸੀ। ਇਹ ਜਨਮ ਸਾਖੀ ਦੇ ਬੋਲ ਨੇ। ਮਹਾਰਾਜ ਨੇ ਕਿਹਾ, ਉਹ ਸਿੱਖਾ ਅਸਲ ਵਿੱਚ ਇਹ ਪੰਡ ਚੁੱਕਣ ਦੀ ਸਮਰੱਥਾ ਹੈ ਹੀ ਲੈਣੇ ਵਿੱਚ ਹੈ, ਤੇ ਜਿਹਦੇ 'ਚ ਪੰਡ ਚੁੱਕਣ ਦੀ ਸਮਰੱਥਾ ਹੋਵੇ ਪੰਡ ਉਸੇ ਹੀ ਬੰਦੇ ਨੂੰ ਚੁਕਾਈ ਜਾਂਦੀ ਹੈ। ਅਸਲ 'ਚ ਉਹ ਕਿਹੜੀ ਪੰਡ ਸੀ? ਇਹ ਸੀ ਜ਼ਿੰਮੇਵਾਰੀ ਦੀ ਪੰਡ। ਇਹ ਸੀ ਜ਼ਿੰਮੇਵਾਰ ਹੋਣ ਦਾ ਅਹਿਸਾਸ। ਜੇਕਰ ਕੋਈ ਪਿੰਡ ਦਾ ਸਰਪੰਚ ਉਹ ਚੁਣ ਲਈਏ ਕਿ ਜਿਹੜਾ ਜ਼ਿੰਮੇਵਾਰ ਨਾ ਹੋਏ, ਲੋਕ ਕਈ ਵਾਰ 5-5 ਸਾਲ ਪਛਤਾਉਂਦੇ ਰਹਿੰਦੇ ਨੇ। ਸਰਕਾਰਾਂ ਉਹ ਚੁਣ ਲਈਆਂ ਜਾਣ ਜਿਹੜੀਆਂ ਸਰਕਾਰਾਂ ਚੁਣਨ ਤੋਂ ਬਾਅਦ ਲੋਕਾਂ ਨੂੰ ਪਛਤਾਉਣਾ ਪਵੇ। ਲੋਕ 5-5 ਸਾਲ ਪਛਤਾਉਂਦੇ ਰਹਿੰਦੇ ਨੇ, ਕਾਰਨ ਕਿ ਜ਼ਿੰਮੇਵਾਰੀ ਸੰਭਾਲ ਨਹੀਂ ਸੀ ਸਕਦੇ, ਪਰ ਪੰਡ ਸਿਰ ਤੇ ਰੱਖ ਦਿੱਤੀ। ਪਰ ਇਹ ਕਿਹੜੀ ਜ਼ਿੰਮੇਵਾਰੀ ਸੀ? ਇਹ ਕੋਈ ਦੁਨਿਆਵੀ ਜ਼ਿੰਮੇਵਾਰੀ ਨਹੀਂ। ਇਹ ਬਾਬੇ ਨਾਨਕ ਨੇ ਜਿਹੜਾ ਸਿੱਖੀ ਦਾ ਬੂਟਾ ਲਾਇਆ, ਇਹਨੂੰ ਅੱਗੇ ਤੋਰਨ ਦੀ ਜ਼ਿੰਮੇਵਾਰੀ ਸੀ। ਮਹਾਰਾਜ ਸੱਚੇ ਪਾਤਸ਼ਾਹ ਅੱਜ ਆਪਣੇ ਤਖਤ ਤੇ ਆਏ ਤੇ ਲਹਿਣੇ ਨੂੰ ਬੁਲਾਇਆ ਔਰ ਉੱਥੇ ਇੱਕ ਬਚਨ ਕਿਹਾ। ਕਹਿਣ ਲੱਗੇ ਅਸੀਂ ਹੁਣ ਸੱਚਖੰਡ ਚਲੇ ਜਾਣਾ ਹੈ। ਵੇਖੋ ਦੁਨੀਆ ਦਾ ਇੱਕੋ ਇੱਕ ਬਾਬਾ, ਜਿਉਂਦਿਆਂ ਜੀ ਕੋਈ ਗੁਰੂ ਚੇਲਾ ਨਹੀਂ ਜੇ ਬਣਦਾ। ਚੇਲੇ ਤੇ ਲੱਖ ਚਾਹੁੰਦੇ ਆ ਵੀ ਅਸੀਂ ਗੁਰੂ ਬਣ ਜਾਈਏ, ਪਰ ਦੁਨੀਆ ਦਾ ਇੱਕੋ ਹੀ ਇੱਕ ਬਾਬਾ ਜਿਨੇ ਇੰਨਾ ਤਿਆਗ ਕੀਤਾ ਕਿ ਆਪਣੇ ਜਿਉਂਦਿਆਂ ਜੀ ਆਪਣੇ ਤਖਤ ਤੇ ਆਪਣੇ ਵਾਰਸ ਭਾਈ ਲਹਿਣੇ ਨੂੰ ਬਿਠਾ ਕੇ ਉਹਨਾਂ ਨੂੰ ਲਹਿਣੇ ਤੋਂ ਅੰਗਦ ਕਰ ਦਿੱਤਾ। ਅੰਗਦ ਦਾ ਅਰਥ ਹੈ ਵੀ ਆਪਣਾ ਅੰਗ ਬਣਾ ਲਿਆ। ਤੇ ਇੱਕ ਸਮਾਂ ਉਹ ਵੀ ਆਇਆ ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਮੱਥਾ ਨਹੀਂ ਟਿਕਾਇਆ। ਲੋਕਾਂ ਪੁੱਛਿਆ ਕਿਉਂ? ਮਹਾਰਾਜ ਨੇ ਕਿਹਾ ਅੱਜ ਗੁਰੂ ਜੋਤ ਭਾਈ ਲਹਿਣਾ ਜੀ ਅੰਦਰ ਪ੍ਰਵੇਸ਼ ਕਰ ਗਈ ਹੈ। ਵੇਖੋ ਕੋਈ ਬੰਦਾ ਆਪਣੀ ਗੱਦੀ ਨਹੀਂ ਜੇ ਛੱਡਦਾ। ਮਰਨ ਤੱਕ ਲੋਕ ਆਪਣੇ ਅਹੁਦਿਆਂ ਨਾਲ ਚਿੰਬੜੇ ਰਹਿੰਦੇ ਨੇ, ਪਰ ਦੁਨੀਆ ਦਾ ਇੱਕੋ ਹੀ ਇੱਕ ਤਿਆਗੀ ਬਾਬਾ ਜਿਨੇ ਆਪਣੇ ਜਿਉਂਦਿਆਂ ਜੀ ਆਪਣੇ ਤਖਤ ਤੇ ਭਾਈ ਲਹਿਣੇ ਨੂੰ ਬਹਾ ਕੇ ਆਪ ਸੱਚਖੰਡ ਜਾਣ ਦਾ ਮਨ ਬਣਾ ਲਿਆ। ਭਾਈ ਭਾਈ ਗੁਰਦਾਸ ਜੀ ਫਿਰ ਇੱਥੇ ਇੱਕ ਬਚਨ ਬੜਾ ਪਿਆਰਾ ਲਿਖਦੇ ਆ। ਉਹ ਕਹਿੰਦੇ ਥਾਪਿਆ ਲਹਿਣਾ ਜੀਵੰਦੈ, ਗੁਰ ਆਈ ਸਿਰ ਛਤਰ ਫਰਾਇਆ, ਜੋਤੀ ਜੋਤਰ ਲਾਇ ਕੈ ਸਤਿਗੁਰ ਨਾਨਕ ਰੂਪ ਵਟਾਇਆ। ਗੁਰ ਚੇਲਾ ਚੇਲਾ ਗੁਰੂ, ਗੁਰ ਚੇਲੇ ਪਰਚਾ ਪਰਚਾਇਆ। ਇਹ ਸੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਕਮਾਈ। ਭਾਈ ਸਧਾਰਨ ਨਾਂ ਦੇ ਸਿੱਖ ਨੂੰ ਕਿਹਾ, ਕਹਿਣ ਲੱਗੇ ਅਸਾਂ ਹੁਣ ਤੁਰ ਜਾਣਾ ਹੈ। ਅੰਦਰ ਗਏ ਚਾਦਰ ਜਿਸਮ ਤੇ ਲਈ। ਇਤਿਹਾਸ ਕਹਿੰਦਾ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਹ ਬਾਬਾ ਜੋਤੀ ਜੋਤ ਸਮਾ ਗਿਆ, ਪਰ ਨਾਲ ਹੀ ਹੁਕਮ ਕਰ ਦਿੱਤਾ ਵੀ ਅੱਜ ਕਰਤਾਰਪੁਰ ਨਹੀਂ, ਭਾਈ ਲਹਿਣਾ ਜੀ ਹੁਣ ਗੁਰੂ ਬਣ ਕੇ ਤੁਸੀਂ ਖਡੂਰ ਦੀ ਧਰਤੀ ਤੇ ਚਲੇ ਜਾਣਾ ਹੈ। ਸਾਧ ਸੰਗਤ, 3 ਚੀਜ਼ਾਂ ਹੁੰਦੀਆਂ ਨੇ ਆਮ ਕਰਕੇ ਜਿੱਥੋਂ ਵਿਦਿਆਰਥੀ ਦੀ ਘਾੜਤ ਕੜੀ ਜਾਂਦੀ ਹੈ।
नंबर 1 टीचर, नंबर 2 सिलेबस ते नंबर 3 स्कूल की इमारत। जे टीचर चंगा होवे, सिलेबस ना होवे ते सियाणे मापे अपने बच्चे नूं उस स्कूल च पढ़ने नहीं पाउंदे। जे सिलेबस होवे, इमारत चंगी होवे पर टीचर का प्रबंध ना होवे ते मापे तां भी अपने बच्चे नूं उस स्कूल च नहीं भेजदे। गुरु नानक ने टीचर भी बदले, गुरु नानक ने स्कूल भी बदले ते गुरु नानक ने साडे सिलेबस दे विच भी वाधा कीता। 974 शब्द पहले जामे च महाराज ने उचारे, भगतां दी बाणी इकत्तर कीती ते स्कूल बनाया करतारपुर। मैं कहना वेखो करतारपुर सिੱਖੀ ਦਾ मॉडल है। जिन्हां ने तुहाडे चों दर्शन नहीं कीते, मैं सत्कार सहित बेनती करांगा एक दिन वास्ते वो दर्शन जरूर करके आओ। साडे मनां च कई बार भुलेखा हुंदा है, पासपोर्ट ते स्टैंप लग गई ते सानू कनेडा अमरीका दा वीजा नहीं मिलना। ये एजेंसियां दी चाल है कि गुरु नानक दे सिख ननकाना साहब ते गुरु नानक दे सिख करतारपुर ना जान। मैं महाराज दी झूरी विच बैठा, मेरे संपर्क विच अनेकां वो लोग ने जिन्हां कनेडा दे वीजे अप्लाई कीते नहीं मिले, पर जिस दिन पाकिस्तान की यात्रा करके आए उहदे तो बाद उन्हां देशां दे वीजे मिल गए। ये गलत फहमी है। ते वैसे भी करतारपुर दे दर्शन करिए, वो तुहाडे पासपोर्ट ते स्टैंप नहीं लगदी, ETA फार्म दे उत्ते स्टैंप लगदी है। मैं तां बेनती कर रहा, ये वो धरती जिहड़ी सिੱਖੀ दा पहला स्कूल बनी ते बाबे नानक ने इनू पंजाब दे पिंड कैसे होने चाहिए ने एक मॉडल बना के संसार दे सामने स्थापित किया। एक खूह लाया इस धरती ते, कहंदे ब्राह्मण भी इत्थों पानी पीवेगा ते शूद्र भी इत्थों पानी पीवेगा। खेड दा मैदान बनाया करतारपुर, एक अमीर ते गरीब दे बच्चे बराबर खेडणगे। बाबे नानक ने लोकां नूं जात पात चों कढ के, वहिमां भरमां ते कर्म कांडां चों कढ के, एक पिता एक सके हम बारिक तू मेरा गुरहाई दा उपदेश बख्शिया ते आप गुरु नानक साहब सचखंड चले गए ते भाई लैणे नूं कहा भी सिੱਖੀ दा स्कूल खडूर साहब लै जाओ। वो भाई साहब बड़े प्यारे बोल लिखते आ, कहंदे दिता छोड़ करतारपुर बैठ खडूरे जोत जगाई। 63 श्लोक महाराज ने होर उचार के साडे सिलेबस विच वाधा कीता। टीचर बने गुरु अंगद साहब ते स्कूल आ गया खडूर। तीसरा जामा आया, गुरु अमरदास बने साडे गुरु, उन्हां 885 शब्द होर ऐड कीते ते स्कूल बनाता गोइंदवाल साहब। गुरु रामदास जी की वारी आई, 645 शब्द साडे सिलेबस विच होर ऐड कीते और सिੱਖੀ दा स्कूल अमृतसर खड़िया। टीचर बने गुरु रामदास महाराज आप ते पंजवें पातशाह ने फिर 2312 अपने शब्द ते 775 ये भट्टां दे ते साध संगत गुरसिखां दे शब्द, उन्होंने भगतां दे शब्द, ये सारे शब्द जिहड़े सी इन्हां नूं रला के गुरु ग्रंथ साहब की बाणी विच अंकित किया। भट्ट ते गुरसिखां दे 775 शब्द ये ऐड किए गुरु ग्रंथ साहब की बाणी ते एक बड़ा प्यारा गुलदस्ता तैयार किया जिन्हों अज असीं सहब श्री गुरु ग्रंथ साहब कहने आ। मैनूं एक छोटी जी कविता याद आ रही है तो मेरा सुभाव ही है कि जदों मैं कथा की समाप्ति करा एक कविता मैं गुरु ग्रंथ साहब की सिफत विच गा के संगत नाल सांझी करदा हुन्ना। उन्ने चिर नूं ढाडी जत्था भी पहुँच जाना है ते तुसीं सारिआं ने अगला प्रोग्राम बड़े प्यार नाल सरवण करना है। एक गुलदस्ता है गुरु ग्रंथ साहब ते साध संगत इहदे च किते नामदेव, किते बाबा फरीद, किते भगत सैन, किते भगत धन्ना ते किते गुरु तेग बहादुर दे श्लोक एक कवि ने कलम चुकी ते इस गुलदस्ते इस शब्द गुरु की महिमा करदियां उन्हां अल्फाज बड़े प्यारे लिखे। वो कवि की लिखदा है, वो कहंदा ए आद जगाद दी ज्योति ए, कौन गुरु ग्रंथ साहब, ए आद जगाद दी ज्योति ए जिस दा अजब नजारा ए, एक सफे ते नानक बैठा ए दूजे रवदास प्यारा ए। हो इथे सोने वांगू उगड़ियां, इथे सोने वांगू उगड़ियां लिखता ने शेख फरीद दियां, इथे कलियां बन के महकदियां सदने जे पाक उमीद दियां। हो इथे रब बराबर दर्जाए, गुरु नानक दे घर विच इथे रब बराबर दर्जाए सन्मान कबीर जलाहे नूं, इथे नामदेव कोई शिंबा भी
ਤੁਰ ਗਿਆ ਹੈ ਖੱਟ ਕੇ ਲਾਹੇ ਨੂੰ। ਹੋ ਇੱਥੇ ਸੈਨ ਨਾਈ ਵੀ ਉਧਰ ਗਿਆ, ਇੱਥੇ ਸੈਨ ਨਾਈ ਵੀ ਉਧਰ ਗਿਆ, ਤੇ ਰੁਤਬਾ ਪਾਇਆ ਧੰਨੇ ਨੇ। ਇਹਦੇ ਇੱਕ ਇੱਕ ਕੀਮਤੀ ਅੰਗ ਉੱਤੇ ਬਿਖਰੇ ਹੋਏ ਹੀਰੇ ਪੰਨੇ ਨੇ। ਫਿਰ ਅਖੀਰ ਤੇ ਪੰਕਤੀਆਂ ਬਹੁਤ ਪਿਆਰੀਆਂ ਲਿਖੀਆਂ। ਕੀ ਕਹਿੰਦਾ ਕਵੀ? ਕਹਿੰਦਾ ਜੇ ਮਨ ਚਿਤ ਲਾ ਕੇ ਪੜੇ ਕੋਈ, ਜੇ ਮਨ ਚਿਤ ਲਾ ਕੇ ਪੜੇ ਕੋਈ, ਨੌਵੇਂ ਸਤਿਗੁਰ ਦੀਆਂ ਸਲੋਕਾਂ ਨੂੰ, ਫਿਰ ਲੱਭਦਾ ਰਾਹ ਹਕੀਕਤ ਦਾ। ਕਲ ਯੁੱਗ ਦੇ ਭਟਕੇ ਲੋਕਾਂ ਨੂੰ, ਫਿਰ ਲੱਭਦਾ ਰਾਹ ਹਕੀਕਤ ਦਾ। ਕਲ ਯੁੱਗ ਦੇ ਭਟਕੇ ਲੋਕਾਂ ਨੂੰ। ਸਭ ਤੋਂ ਵੱਡੀ ਗੱਲ ਕਿ ਮੈਂ ਤਾਂ ਬਚਨ ਅਖੀਰ ਤੇ ਥੋੜੇ ਗਾ ਕੇ ਸਾਂਝੇ ਕੀਤੇ ਕਿ ਇਹ ਸ਼ਬਦ ਗੁਰੂ ਨਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੋੜ ਕੇ ਗਏ, ਤੇ ਕਿੱਡੀ ਵੱਡੀ ਉੱਚੀ ਸੁੱਚੀ ਸੋਚ ਕਿ ਉਹਨਾਂ ਕਿਹਾ ਦੁਨੀਆ ਤੇ ਸ਼ਬਦ ਗੁਰੂ ਉਹ ਹੈ, ਉਹ ਮਹਾਨ ਸਤਿਗੁਰੂ ਹੈ ਜਿਨੇ ਨਾ ਜੰਮਣਾ ਨਾ ਮਰਨਾ ਨਾ ਕਦੇ ਖਤਮ ਹੋਣਾ। ਨਿਤ ਨਵੇਂ ਗੁਰੂ ਬਣਾਉਣ ਦੀ ਲੋੜ ਹੀ ਨਹੀਂ ਪੈਣੀ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਇਸ ਕਰਕੇ ਭਾਗਾਂ ਵਾਲਿਓ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਸਲ ਸਿਧਾਂਤ ਹੀ ਇਹ ਹੈ ਕਿ ਸ਼ਬਦ ਗੁਰੂ ਸੁਰਤ ਤੁਨ ਚੇਲਾ। ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਤੇ ਸਾਧ ਸੰਗਤ ਜੀ ਗੁਰਬਾਣੀ ਵੱਧ ਤੋਂ ਵੱਧ ਪੜਿਆ ਕਰੀਏ, ਆਨੰਦ ਲਿਆ ਕਰੀਏ ਬਾਣੀ ਦਾ। ਔਰ ਇਹ ਬਾਣੀ ਪੜਨ ਦੇ ਨਾਲ, ਵਿਚਾਰਨ ਦੇ ਨਾਲ ਜੀਵਨ ਦੇ ਅੰਦਰ ਖੇੜਾ ਤੇ ਵਿਕਾਸ ਪੈਦਾ ਹੁੰਦਾ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਉ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਬਹੁਤ ਪਿਆਰ ਨਾਲ ਟਿਕ ਕੇ ਆਪ ਜੀ ਨੇ ਗੁਰਮਤ ਵਿਚਾਰਾਂ ਲਗਭਗ 1 ਘੰਟਾ ਸਰਵਣ ਕੀਤੀਆਂ ਨੇ। ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫੀ ਬਖਸ਼ਣੀ। ਸਮੂਹ ਸੰਗਤ ਦਾ, ਨੌਜਵਾਨ ਵੀਰਾਂ ਦਾ, ਭੈਣਾਂ ਦਾ ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਤੇ ਮੇਰੇ ਬਹੁਤ ਹੀ ਵੀਰ, ਪਿਆਰੇ ਵੀਰ, ਛੋਟੇ ਵੀਰ ਭਾਈ ਗੁਰਪ੍ਰੀਤ ਸਿੰਘ ਜੀ ਜੌਲ, ਜਿਨ੍ਹਾਂ ਨੇ ਕਹਿ ਕੇ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਵਾਏ, ਉਹਨਾਂ ਦਾ ਧੰਨਵਾਦ। ਮੇਰੇ ਤੋਂ ਬਾਅਦ ਪੰਥ ਦਾ ਸਤਿਕਾਰਯੋਗ ਢਾਡੀ ਜਥਾ ਗਿਆਨੀ ਸੰਤ ਸਿੰਘ ਜੀ ਪਾਰਸ, ਜੋ ਆਪਣੀ ਮਿਸਾਲ ਆਪ ਨੇ, ਬੜੀ ਗੁਰੂ ਸਾਹਿਬ ਦੀ ਇਹਨਾਂ ਦੇ ਜਥੇ ਤੇ ਕਿਰਪਾ ਹੈ, ਉਹ ਆਪ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ। ਸੋ ਮਾਨ ਸਨਮਾਨ ਲਈ ਧੰਨਵਾਦ। ਤੇ ਫਤਿਹ ਚੜ੍ਹਦੀ ਕਲਾ ਨਾਲ ਬੁਲਾਓ। ਪਤਾ ਲੱਗੇ ਕਿ ਗੁਰੂ ਨਾਨਕ ਸਾਹਿਬ ਦੇ ਸਿੱਖ ਮਹਾਰਾਜ ਜੀ ਨੂੰ ਸਮਰਪਿਤ ਅੱਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿ ਕੇ ਇਹਨਾਂ ਗੁਰਮਤਿ ਸਮਾਗਮਾਂ ਦਾ ਆਨੰਦ ਲੈ ਰਹੇ ਆ। ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।